ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਨਜ਼ਰ ਕਰਨੀ ਮਹਾਰਾਜ, ਭੂਲ ਛਿਮੋ ਹਮਰੀ ਪ੍ਰਭਾਪਨ ਭੂਲਨ ਹਾਰ ਕਹਾਂ ਕੋ ਮੋਸ। ਨਜ਼ਰ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿੱਧ ਗੋਸ਼ ਦੀ ਬਾਣੀ ਦੀ ਵਿਚਾਰ ਕਰਦੇ ਹਾਂ। ਅੱਜ ਅਸੀਂ 12ਵੀਂ ਪੌੜੀ ਦੀ ਵਿਚਾਰ ਸ਼ੁਰੂ ਕਰਨੀ ਹੈ। ਜਿਸ ਤਰ੍ਹਾਂ ਕੱਲ ਵੀਰ ਇੰਦਰਜੀਤ ਨੇ ਦੱਸਿਆ ਸੀ ਕਿ ਇਹ ਬਾਣੀ ਇੱਕ ਫਲੋ ਵਿੱਚ ਚੱਲ ਰਹੀ ਹੈ, ਜਿਹਦੇ ਵਿੱਚ ਰੈਫਰੈਂਸ ਟੂ ਕੌਨਟੈਕਸਟ ਚੱਲ ਰਿਹਾ ਹੈਗਾ। ਸਿੱਧਾਂ ਨੇ ਹੁਣ ਤੱਕ ਗੁਰੂ ਸਾਹਿਬ ਨੂੰ 11 ਕੁਐਸਚਨ ਪੁੱਛੇ ਨੇ। ਇੱਕ ਡਾਇਲੋਗ ਗੁਰੂ ਨਾਨਕ ਸਾਹਿਬ ਨਾਲ ਚੱਲ ਰਿਹਾ ਹੈ ਔਰ ਉਹਦਾ ਜਵਾਬ ਸਾਹਿਬ ਦਿੰਦੇ ਜਾ ਰਹੇ ਹਨ। ਕੱਲ ਦੀ ਪੌੜੀ ਦੇ ਵਿੱਚ ਗੁਰੂ ਸਾਹਿਬ ਨੇ 9ਵੀਂ ਪੌੜੀ ਦੇ ਬਾਅਦ ਜਿਹੜੇ ਪ੍ਰਸ਼ਨ ਸਨ ਉਹਦੇ ਜਵਾਬ ਵਿੱਚ 3 ਪੌੜੀਆਂ ਕਹੀਆਂ ਨੇ। 9ਵੀਂ, 10ਵੀਂ ਤੇ 11ਵੀਂ ਪੌੜੀ, 8ਵੀਂ ਪੌੜੀ ਹੋਣੀ ਮੇਰੇ ਖਿਆਲ ਸੀ। ਤੇ ਉਹਦੇ ਕੁਐਸਚਨਸ ਦਾ ਆਨਸਰ ਹੀ ਅੱਗੇ ਚੱਲਦਾ ਜਾ ਰਿਹਾ। ਉਸ ਕੌਨਟੈਕਸਟ ਨੂੰ ਰੈਫਰੈਂਸ ਵਿੱਚ ਰੱਖਣ ਵਾਸਤੇ ਸ਼ਾਇਦ ਅਸੀਂ ਅਗਰ ਪਿਛਲੀ 2 ਪੌੜੀਆਂ ਨਾਲ ਲੈ ਕੇ ਚੱਲੀਏ ਤੇ ਸਾਨੂੰ ਫਿਰ ਸਮਝ ਆਉਣੀ ਸ਼ੁਰੂ ਹੋ ਜਾਏਗੀ ਕਿ ਇਹ ਜਿਹੜੀ ਪੌੜੀ ਹੈ ਇਹਦਾ ਰੈਫਰੈਂਸ ਟੂ ਕੌਨਟੈਕਸਟ ਕੀ ਬੈਠ ਰਿਹਾ। ਬ੍ਰਹਮ ਗਿਆਨ ਦੀ ਗੱਲ ਗੁਰੂ ਨਾਨਕ ਸਾਹਿਬ ਕਰਦੇ ਹੈ ਔਰ ਸਿੱਧਾਂ ਨੇ ਗੁਰੂ ਸਾਹਿਬ ਨੂੰ ਪ੍ਰੇਰਨ ਦੀ ਕੋਸ਼ਿਸ਼ ਕੀਤੀ ਹੈ ਔਰ ਆਈ ਪੰਥ ਵਿੱਚ ਮਿਲਾਉਣ ਦੀ ਵੀ ਕੋਸ਼ਿਸ਼ ਕੀਤੀ। ਆਈ ਪੰਥ ਦੀ ਗੱਲ ਦੱਸੀ, ਆਪਣੇ ਤੀਰਥ ਦੀ ਗੱਲ ਸਮਝਾਈ, ਗੁਰੂ ਨਾਨਕ ਸਾਹਿਬ ਨੂੰ ਪ੍ਰੇਰਿਆ ਕਿ ਮਹਾਰਾਜ ਉਸ ਜੀਵਨ ਤੋਂ ਪ੍ਰਭਾਵਿਤ ਹੋਣ ਜਿਹੜਾ ਉਹਨਾਂ ਦਾ ਜੀਵਨ ਹੈ। ਗੁਰੂ ਸਾਹਿਬ ਨੇ ਉਹਨਾਂ ਦੇ ਜਿਤਨੇ ਵੀ ਸਬਮਿਸ਼ਨਸ ਹਨ ਉਹਨਾਂ ਨੂੰ ਮਨ ਵੱਲ ਇੰਸਪਾਇਰ ਕੀਤਾ ਹੈ। ਜਿਹੜੇ ਫਿਜ਼ੀਕਲ ਸਿੰਬਲਸ ਹੈਗੇ ਉਹਨਾਂ ਨੂੰ ਲੈ ਕੇ ਜਦੋਂ ਯੋਗੀ ਗੱਲ ਕਰਦੇ ਹੈ ਤਾਂ ਸਾਹਿਬ ਉਸ ਗੱਲ ਨੂੰ ਮਨ ਦੀ ਲੈਵਲ 'ਤੇ ਤਹਿ 'ਤੇ ਲਿਆ ਕੇ ਸਮਝਾਉਂਦੇ ਹਨ। ਬਾਣੀ ਦੇ ਵਿੱਚ ਕੁਝ ਮੈਨੂੰ ਲੱਗਦਾ ਕੋਡ ਵਰਡ ਟਾਈਪ ਦੇ ਸ਼ਬਦ ਹੈਗੇ ਆ ਜਿਹੜੇ ਸਾਨੂੰ ਇਨ ਦ ਪਾਸਿੰਗ ਸੁਣਾਈ ਦਿੰਦੇ ਹੈ। ਉਹਨਾਂ ਦੀ ਵਿਆਖਿਆ, ਉਹਨਾਂ ਦਾ ਵਜਨ, ਉਹਨਾਂ ਦਾ ਇੰਪੈਕਟ ਸਾਡੇ ਮਨ ਦੀ ਤਹਿ 'ਤੇ ਕੀ ਹੈ, ਔਫਨ ਇਨਫ ਅਸੀਂ ਇਸ ਚੀਜ਼ ਨੂੰ ਨਜ਼ਰਅੰਦਾਜ਼ ਕਰ ਜਾਂਦੇ ਹਾਂ, ਜਿਹਦੇ ਕਰਕੇ ਉਸ ਦਾ ਜੋ ਪ੍ਰਭਾਵ ਹੈ ਉਹ ਸਾਡੇ 'ਤੇ ਉਨਾ ਗਹਿਨ ਨਹੀਂ ਹੋ ਪਾਉਂਦਾ। ਜਿਵੇਂ ਸ਼ਬਦ, ਗੁਰ ਸ਼ਬਦ ਇੱਕ ਗੁਰੂ ਸਾਹਿਬ ਬਾਰ-ਬਾਰ ਵਰਤਦੇ ਹੈ, ਨਾਮ ਵਰਤਦੇ ਹੈ। ਜਿਵੇਂ ਅੱਜ ਦੇ ਪ੍ਰਸ਼ਨ ਉੱਤਰਾਂ ਵਿੱਚ ਗੁਰੂ ਸਾਹਿਬ ਕਰਨਗੇ ਗੱਲ ਗੁਰਮੁਖ ਦੀ। ਹੁਣ ਇਹ ਤੇ ਸ਼ਬਦ ਇਨ ਦ ਪਾਸਿੰਗ ਹੈਗੇ। ਅਸੀਂ ਗੁਰਮੁਖ ਸ਼ਬਦ ਕਈ ਵਾਰ ਸੁਣਿਆ ਹੋਏਗਾ, ਕਈ ਵਾਰ ਅਸੀਂ ਗੁਰ ਸ਼ਬਦ, ਗੁਰਮੁਖ ਸ਼ਬਦ ਨੂੰ ਵਰਤਿਆ ਵੀ ਹੋਏਗਾ, ਪਰ ਇਹਦੇ ਪਿੱਛੇ ਇੱਕ ਪੂਰੀ ਆਈਡੀਓਲੋਜੀ ਹੈ ਕਿ ਗੁਰਮੁਖ ਕੌਣ ਹੈ ਔਰ ਉਹਦੇ ਪਿੱਛੇ ਇੱਕ ਪੂਰਾ ਜੀਵਨ ਦਾ ਐਕਸਪੀਰੀਅੰਸ ਹੈ ਔਰ ਉਹਦੇ ਪਿੱਛੇ ਇੱਕ ਐਸੋਟੈਰਿਕ ਲੈਵਲ 'ਤੇ ਜਿਹੜਾ ਅਣਦੇਖਾ, ਅਣਦ੍ਰਿਸ਼ ਲੈਵਲ 'ਤੇ ਵੀ ਇੱਕ ਐਕਸਪੀਰੀਅੰਸ ਹੈ। ਐਟੀਟਿਊਡ ਆਫ ਲਾਈਫ ਹੈ, ਇੱਕ ਜੀਵਨ ਨੂੰ ਦੇਖਣ ਦਾ ਨਜ਼ਰੀਆ ਹੈ ਜਿਹੜਾ ਅਸੀਂ ਸ਼ਾਇਦ ਅਗਰ ਸਿਰਫ ਸ਼ਬਦ ਦੀ ਲੈਵਲ 'ਤੇ ਗੁਰਮੁਖ ਸ਼ਬਦ ਨੂੰ ਜਾਣੀਏ ਜਾਂ ਸਮਝੀਏ ਤਾਂ ਅਸੀਂ ਇਸ ਚੀਜ਼ ਤੋਂ ਨਿਰਲੇਪ ਰਹਿ ਜਾਵਾਂਗੇ। ਵੀ ਵਿਲ ਨਾਟ ਬੀ ਏਬਲ ਟੂ ਅੰਡਰਸਟੈਂਡ ਦ ਡੈਪਥ of the Bani without analyzing the attitude of what is Gurmukh, या गुरु शब्द की है या नाम की है। दरअसल ਇਹ ਗੱਲਾਂ ਵੈਸੇ ਤੇ ਐਕਸਪੀਰੀਅੰਸ ਲੈਵਲ ਤੇ ਹੈਗੀਆਂ ਔਰ ਇਹ ਗੁਰੂ ਨਾਨਕ ਸਾਹਿਬ ਦੀ ਇਨਰ ਸਪਿਰਿਚੁਅਲਿਟੀ ਤੋਂ ਹੀ ਰਿਫਲੈਕਸ਼ਨ ਬਣ ਕੇ ਇਹ ਸ਼ਬਦ ਸਾਡੇ ਸਾਹਮਣੇ ਆ ਰਹੇ ਹਨ। ਤਾਂ ਗੁਰੂ ਸਾਹਿਬ ਦੀ ਸਪਿਰਿਚੁਅਲਿਟੀ ਨਾਲ ਕਰੈਕਟ ਕਰਨ ਵਾਸਤੇ ਸਾਨੂੰ ਇਹਨਾਂ ਸ਼ਬਦਾਂ ਦੀ ਗਹਿਨ
ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ, ਇੱਕ ਸੀਰੀਅਸ ਇਨਕੁਆਇਰੀ ਹੋਣੀ ਜ਼ਰੂਰੀ ਹੈ ਇਹਨਾਂ ਬਾਰੇ, ਔਰ ਇਹਨਾਂ ਦਾ ਐਟੀਟਿਊਡ ਕੀ ਹੈ। ਜਿਵੇਂ ਬਾਣੀ ਵਿੱਚ ਜਦੋਂ ਮਹਾਰਾਜ ਕਹਿੰਦੇ ਹੈ ਨਿਰੰਤਰ ਸਦਾ, ਤਾਂ ਅਸੀਂ ਕਾਰੋਬਾਰ ਕਰਦੇ ਹੋਏ, ਜੀਵਨ ਜੀਂਦੇ ਹੋਏ ਸਦਾ ਕਿਵੇਂ ਜੁੜ ਸਕਦੇ ਹਾਂ? ਤਾਂ ਫਿਰ ਇਹਨੂੰ ਸ਼ਬਦ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਸ਼ਬਦ ਜਿਹੜਾ ਹੈ ਇਹ ਲੇਅਰਸ ਦੇ ਵਿੱਚ ਕੰਮ ਕਰਦਾ ਹੈ, ਔਰ ਇਹਦੇ ਵਿੱਚ ਸ਼ਬਦ ਅਜੱਪਾ ਵੀ ਹੈ। ਔਰ ਅਸੀਂ ਫਿਰ ਤਲੋਚਨ ਔਰ ਭਗਤ ਨਾਮਦੇਵ ਦੀ ਬਾਣੀ ਵੀ ਵਿਚਾਰੀ ਸੀ ਕੁਝ ਸਮਾਂ ਪਹਿਲਾਂ, ਜਿਹਦੇ 'ਚ ਉਹਨਾਂ ਨੇ ਐਗਜ਼ਾਮਪਲ ਦਿੱਤਾ ਸੀ ਕਿ ਜਿਵੇਂ ਔਰਤਾਂ ਗਾਗਰ ਚੱਕ ਕੇ ਸਿਰ 'ਤੇ ਲਿਜਾਂਦੀਆਂ ਨੇ, ਉਹ ਗੱਲਾਂ ਵੀ ਕਰ ਰਹੀਆਂ ਨੇ ਪਰ ਉਹਨਾਂ ਦਾ ਧਿਆਨ ਗਾਗਰ 'ਤੇ ਹੈ। ਜਿਵੇਂ ਉਸ ਸ਼ਬਦ ਦੇ ਵਿੱਚ ਦੱਸਿਆ ਹੈ ਕਿ ਇੱਕ ਬੱਚਾ ਗੁੱਡੀ ਉਡਾ ਰਿਹਾ ਹੈ, ਕਾਗਜ਼ ਦੀ ਪਤੰਗ ਉਡਾ ਰਿਹਾ, ਕਾਈਟ ਉਡਾ ਰਿਹਾ ਹੈ, ਅਤੇ ਉਹ ਹੱਸਦਾ ਖੇਡਦਾ ਆਪਣੇ ਮਿੱਤਰਾਂ ਨਾਲ ਗੱਲ ਕਰ ਰਿਹਾ, ਪਰ ਉਹਦੀ ਨਿਗਾਹ, ਉਹਦਾ ਧਿਆਨ ਜਿਹੜਾ ਹੈ ਉਹਦੀ ਪਤੰਗ ਵੱਲ ਹੈ। ਇਹ ਥੋੜ੍ਹੀ ਜਿਹੀ ਇੱਕ 7th ਸੈਂਸ ਦੀ ਗੱਲ ਸ਼ਾਇਦ ਹੋ ਗਈ ਹੈ ਇੱਥੇ, ਜਿੱਥੇ ਸਾਡਾ ਜੀਵਨ ਦੇ ਵਿੱਚ ਪੂਰਾ ਵਿਵਹਾਰ ਦਾ ਦੇ ਵੱਲ ਸਾਡਾ ਮੁੱਖ ਹੈ, ਪਰ ਸਾਡੇ ਸ਼ਬਦ ਵੱਲ ਧਿਆਨ ਨਾਲ ਨਾਲ ਚੱਲਦਾ ਹੈ। ਧੰਨ ਉਹ ਲੋਕ ਨੇ ਜਿਹੜੇ ਇਸ ਸ਼ਬਦ ਨੂੰ ਕਮਾਉਂਦੇ ਹਨ, ਧੰਨ ਉਹ ਲੋਕ ਨੇ ਜਿਹੜੇ ਇਸ ਸ਼ਬਦ ਨੂੰ ਜਾਣਦੇ ਹਨ। ਔਰ ਗੁਰੂ ਸਾਹਿਬ ਸਾਨੂੰ ਉਸ ਐਟੀਟਿਊਡ ਨੂੰ ਸਮਝਣ ਦੀ, ਜਾਣਨ ਦੀ ਔਰ ਜੀਵਨ ਵਿੱਚ ਢਾਲਣ ਵਾਸਤੇ ਪ੍ਰੇਰਿਤ ਕਰਦੇ ਹਨ। This is the issue which is the core of this whole understanding of ਗੁਰਮਤਿ। ਇਹ ਸਿਰਫ ਕੁਝ ਸ਼ਬਦ ਨੇ, ਪਰ ਇਹਨਾਂ ਦੇ ਪਿੱਛੇ ਪੂਰੀ ਜੀਵਨੀ ਹੈ। A way to know and understand life ਹੈ, a way to live life ਹੈ। ਸਾਡੇ ਲੋਕਾਂ ਦੇ ਜੀਵਨ ਵਿੱਚ ਜੋ ਅਸੀਂ ਦੇਖਦੇ ਹਾਂ, ਸੁਣਦੇ ਹਾਂ, ਟੱਚ ਕਰਦੇ ਹਾਂ, ਜੋ ਸਾਡੇ ਆਲੇ ਦੁਆਲੇ ਹੋ ਰਿਹਾ ਹੈ, ਉਹ ਸਾਨੂੰ ਬਹੁਤ ਇੰਪੈਕਟ ਕਰਦਾ ਹੈ। ਕਈ ਵਾਰ ਇਹ ਪ੍ਰਸ਼ਨ ਉੱਠਦਾ ਹੈ ਕਿ ਇਸ ਨਾਲ ਗੁਰਮਤਿ ਦਾ ਕੀ ਰਿਲੇਸ਼ਨ ਹੈ? ਤਾਂ ਕਿਹੜੀ ਚੀਜ਼ ਹੈ ਜਿਹੜੀ ਇਹ ਸਭ ਕੁਝ ਜਿਹੜਾ ਅਸੀਂ ਦੇਖ ਰਹੇ ਹਾਂ ਉਹਦੇ ਪਿੱਛੇ ਖੜੀ ਹੈ, ਜਿਹੜੀ ਸਾਨੂੰ ਦਿਖ ਨਹੀਂ ਰਹੀ ਹੈ, ਔਰ ਉਹਦੇ ਨਾਲ ਮੇਰੇ ਮਨ ਦਾ ਕੀ ਰਿਲੇਸ਼ਨ ਹੈ? ਇਹ ਇੱਕ ਕੋਰ ਕੁਐਸਚਨ ਹੈ ਜੀਵਨ ਦਾ। ਮੇਰਾ ਵੀ ਕੁਐਸਚਨ ਇਹੀ ਹੈ, ਆਪ ਦਾ ਵੀ ਪ੍ਰਸ਼ਨ ਇਹੀ ਹੈ। ਗੁਰੂ ਸਾਹਿਬ ਨੇ ਸਾਨੂੰ ਪ੍ਰੇਰਿਆ ਇਸ ਬਾਣੀ ਦੇ ਵਿੱਚ, ਜਿਹੜੀ ਰਹਾਉ ਦੀ ਤੁਕ ਹੈ, ਕਿਆ ਭਵੀਏ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਹੁਣ ਆਪ ਵਿਚਾਰੋ ਇਸ ਗੱਲ ਨੂੰ। ਸ਼ਬਦ ਇੱਥੇ ਵਰਤਿਆ ਮਹਾਰਾਜ ਨੇ, ਸੱਚ ਔਰ ਸਾਚ ਦੇ ਨਾਲ ਕੀ ਰਿਲੇਸ਼ਨ ਹੈ ਮਨ ਦਾ? ਸੱਚ ਹੋ ਜਾਣਾ, ਸੱਚ ਬਣ ਜਾਣਾ, ਇਹ ਤਾਂ ਅਸੀਂ ਕਹਿਣ ਸੁਣਨ ਵਿੱਚ ਵਰਤ ਰਹੇ ਹਾਂ ਸ਼ਬਦਾਂ ਨੂੰ, ਪਰ ਇਹਦਾ ਮਤਲਬ ਕੀ ਹੈ? ਉਹ ਜਨ ਦੀ ਮਾਨਸਿਕ ਅਵਸਥਾ ਕੀ ਹੈ ਜਿਹੜਾ ਸੱਚੇ ਸ਼ਬਦ ਵਿੱਚ ਵਸ ਜਾਂਦਾ ਹੈ? ਸੱਚ ਹੋ ਕੇ ਹੀ ਸਾਨੂੰ ਸੁੱਚਤਾ ਮਿਲਦੀ ਹੈ, ਨਿਰਮਲਤਾ ਤਾਂ ਪ੍ਰਾਪਤ ਹੁੰਦੀ ਹੈ ਜਦੋਂ ਮਨ ਸੱਚ ਨੂੰ ਮਿਲ ਜਾਂਦਾ ਹੈ, ਔਰ ਉਹ ਸ਼ਬਦ ਦੇ ਰਾਹੀਂ ਮਿਲੇਗਾ। ਕੱਲ੍ਹ ਅਸੀਂ ਇੱਕ ਬਰੀਫ ਐਕਸਪੀਰੀਅੰਸ ਮੈਂ ਆਪ ਨੂੰ ਆਪਣਾ ਸ਼ੇਅਰ ਕੀਤਾ ਸੀ ਕਿ ਕਿਵੇਂ ਛੋਟੇ ਜਿਹੇ ਸ਼ਬਦ ਨਾਲ ਇੰਪੈਕਟ ਮੇਰੇ ਮਨ ਨੂੰ ਹੋਇਆ। ਮੈਨੂੰ ਲੱਗਦਾ ਉਸ ਦਾ ਰਿਲੇਸ਼ਨ ਸਾਡੇ ਮਨ ਦੀ ਅਪਰੋਚ ਨਾਲ ਵੀ ਹੈ, ਮਨ ਦੀ ਤਿਆਰੀ ਨਾਲ ਵੀ ਹੈ। ਅਸੀਂ ਜੀਵਨ ਤਾਂ ਸਾਰੀ ਡਿਫਰੈਂਟ ਵੇਰੀਡ ਸਰਕਮਸਟਾਂਸਿਸ ਵਿੱਚ ਜੀ ਰਹੇ ਹਾਂ। ਕੋਈ ਕਿਸੇ ਤਰ੍ਹਾਂ ਹੈ, ਕੋਈ ਕਿਧਰ ਹੈ, ਕੋਈ ਜਿਓਗ੍ਰਾਫਿਕਲੀ ਕੋਈ ਕਿਸ ਕਾਰੋਬਾਰ 'ਚ ਹੈ। ਅਸੀਂ ਵੱਖ-ਵੱਖ ਐਕਸਪੀਰੀਅੰਸਿਸ 'ਚੋਂ ਨਿਕਲ ਰਹੇ ਹਾਂ। ਪਰ ਜਦੋਂ ਇਹ ਸਰੀਰ ਖਤਮ ਹੋਏਗਾ ਤੇ ਫਿਰ ਵਾਟ ਇਜ਼ ਦਾ ਟੇਕ ਅਵੇ ਫਰੋਮ ਆਲ ਦਿਸ? ਜਦੋਂ ਕਾਲ ਸਾਨੂੰ ਸਮੇਂ ਦੇ ਅੰਤ ਵਿੱਚ ਜਦੋਂ ਸਰੀਰ ਮੁੱਕੇਗਾ, ਇਹ ਸਾਰੇ ਐਕਸਪੀਰੀਅੰਸਿਸ ਦਾ ਮੇਰੇ ਮਨ ਦੇ ਵਿੱਚ ਜਿਹੜਾ ਇੰਪੈਕਟ ਪਿਆ ਹੈ ਔਰ ਜਿਸ ਤਰ੍ਹਾਂ ਮੈਂ ਜੀਵਨ ਜੀਏ ਹਾਂ, ਉਹਦੇ ਨਾਲ ਕੀ ਫਰਕ ਪਏਗਾ? ਹਾਊ ਇਟ ਵਿਲ ਚੇਂਜ? ਔਰ ਫਿਰ ਸ਼ਾਇਦ ਇਹ ਮੈਟਰ ਨਹੀਂ ਕਰੇਗਾ ਕੌਣ ਕਿੱਥੇ ਜੀ ਕੇ ਜੀਵਨ ਬਿਤਾਇਆ ਕਿਸੇ ਨੇ, ਕੌਣ ਕਿਤਨੀ ਮੁਸ਼ਕਿਲਾਂ 'ਚੋਂ ਜਾਂ ਕਿਤਨੀ ਆਸਾਨੀਆਂ 'ਚੋਂ ਨਿਕਲਿਆ।
शायद मौत के समय में मैटर नहीं करेगा। एक बड़ा अच्छा सबजैक्ट है मौत का डिस्कशन करना, जो सानू गुरबाणी तो समझ आती है कि मौत एक लेवलिंग फील्ड है। बारे बूढ़े तरने दैया सब कुछ जम ले जाइए रे, ऐसो ए संसार पेखना रहन न को पईए रे। एज मैटर नहीं करता, कोई बड़े बुजुर्ग होके मर जाते, कोई यूथ में चला जाता है, सब नूं बराबरी दिख जाती है, समय में सब मुक जाता है। मैटर की करता है ਇਹ ਜੀਵਨ ਦਾ ਜੋ ਐਟੀਟਿਊਡ ਹੈ, ਜਿਸ ਨੂੰ ਅਸੀਂ ਗੁਰਮੁਖ ਔਰ ਮਨਮੁਖ ਕਹਿੰਦੇ ਹਾਂ, ਉਹਦਾ ਇੰਪੈਕਟ ਡੈਥ ਤੇ ਕੀ ਪੈਂਦਾ ਹੈ। ਮਨੁੱਖ ਦਾ ਜੀਵਨ ਦੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਫੀਲ ਹੁੰਦਾ ਜਦੋਂ ਮੌਤ ਆਉਂਦੀ ਹੈ, ਔਰ ਗੁਰਮੁਖ ਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ। ਜਿਵੇਂ ਇੱਕ ਜੀਵਨ ਵਿੱਚ ਐਗਜ਼ਾਮ ਹੋਏ, ਕੋਈ ਕਿਸੇ ਨੇ 12 ਸਾਲ ਪੜ੍ਹਾਈ ਕੀਤੀ, ਉਹਦਾ ਇੱਕ ਐਟੀਟਿਊਡ ਹੈ ਇੱਕ ਜਨ ਦਾ ਜਿਸਨੇ ਅਟੈਂਸ਼ਨ ਦੇ ਕੇ ਜੀਵਨ ਜੀਆ, 12 ਸਾਲ ਧਿਆਨ ਨਾਲ ਪੜ੍ਹਾਈ ਕੀਤੀ, ਕਿਸੇ ਨੇ 12 ਸਾਲ ਅਣਗਹਿਲੀ ਨਾਲ ਪੜ੍ਹਾਈ ਕੀਤੀ। ਉਸ ਇੱਕ ਇਮਤਿਹਾਨ ਵਿੱਚ ਪ੍ਰਗਟ ਹੋ ਜਾਏਗਾ ਕੌਣ ਕਿਸ ਤਰ੍ਹਾਂ ਦਾ ਰਿਜ਼ਲਟ ਲੈ ਕੇ ਆ ਰਿਹਾ ਹੈ। ਹੁਣ ਉਹ ਤਾਂ 12 ਸਾਲ ਦੀ ਗੱਲ ਹੈ, ਇਹ ਜੀਵਨ ਦੀ ਗੱਲ ਹੈ। वो इतना एब्सोल्यूट एक्सपीरियंस नहीं है जितना डेथ है। इस करके इन्हां पौड़ियां दे विच गुरु साहब डेथ दी ही गल भी कुछ करनगे, एक्सप्लेन करनगे कि की चेंजेस ने और की एब्सोल्यूट हैगे। मेरे कोल किस तरह के सिचुएशनस चो लाइफ निकल रही है, इन्हां सब नूं जाणदे होए मैं गुरमुख जीवन नूं जी सकदा हाँ कि नहीं जी सकदा, यह प्रश्न मेरे लिए रेलेवेंट है, यह आप लिए भी रेलेवेंट है। तो इस नूं ही जानना, इस नूं ही समझना शायद साडे जीवन नूं बदलेगा। और यह असी गुरु साहब दे नाल बैठ के उन्हां दी बाणी नूं विचार के शायद ज़्यादा समझ पावांगे। तो असी अज 12वीं पौड़ी की गल करते हैं, पर इस तो जिहड़ी पहले 2 पौड़ियां या 3 पौड़ियां ने जिथों प्रश्न उठते सी, मैं एक मिनट कढ़ लैना ताकि रेफरेंस रहे, क्योंकि प्रश्न जिथों उठ रहे हैं उत्थों ही बाणी का विचार करनी थोड़ी जी रेफरेंस टू कॉन्टैक्सट चलता रहता है। वो फिर क्योंकि बादफा बाणी दे जिस पौड़ी की विचार चल रही है उस ते इतना गहन उतर जाता है इंसान कि रेफरेंस भुल जाता है। तो यह गल शुरू तो जदों 9वीं पौड़ी तो असी देखीए तो हाटी बाटी रहे निराले, यह तो 7वीं और 8वीं पौड़ी है। दर्शन पेख करे है जोगिंद्रा मुंद्रा चोली खिंथा, बारह अंतर एक सरेवो घट दर्शन एक पंथा, इन बिद मन समझाइए पुरखा बहुड़ चोट ना खाइए, नानक बोले गुरमुख बूझे जोग जुगत इव पाइए। तो यह प्रश्न उठाया है योगिया ने, जोगिंद्रा जो योगिया का चीफ है उहदे बारे, उहदी मुंदरा बारे, अपनी मुंदरा बारे गल कीती है, झोली बारे गल कीती है, खिंथा जो जोगिया का खप्पड़ है जो नाल रखते ने गोदड़ी, ਉਹਦੇ ਵਿੱਚ ਵੀ सो भी जाते, थले भी बिछा लेंदे, उपर भी कर लेंदे है। यह पार्ट ऑफ योगी लाइफ स्टाइल हैगे ਜਿਹੜੇ इस बाणी ਵਿੱਚ सामने आ रहे हैं।
ਤਾਂ ਸਾਹਿਬ ਕਹਿੰਦੇ ਕਿ ਇਹਨਾਂ ਨੇ ਜੋਗੀਆਂ ਨੇ ਫਿਰ ਸਾਹਿਬ ਨੂੰ ਕਿਹਾ ਕਿ ਬਾਰੇ ਇਹਨਾਂ ਦੇ ਬਾਰੇ ਡਿਫਰੈਂਟ ਪੰਥ ਹੈਗੇ, ਉਹਨਾਂ 'ਚੋਂ ਇੱਕ ਆਈ ਪੰਥੀ ਹੈ, ਅਤੇ ਗੁਰੂ ਸਾਹਿਬ ਨੂੰ ਜਿਵੇਂ ਪ੍ਰੇਰ ਰਹੇ ਹੋਣ ਕਿ ਤੁਸੀਂ ਇਸ ਮਾਰਗ ਦਾ ਹਿੱਸਾ ਬਣੋ। ਤਾਂ ਗੁਰੂ ਮਹਾਰਾਜ ਨੇ ਮਨ ਦੀ ਲੈਵਲ ਵਿੱਚ ਇੱਕ ਬਹੁਤ ਰਿਵੀਲਿੰਗ ਆਨਸਰ ਦਿੱਤਾ ਹੈ, ਔਰ ਮੈਨੂੰ ਲੱਗਦਾ ਹੈ ਇਸ ਨੂੰ ਸਮਝਣਾ ਜ਼ਰੂਰੀ ਹੈ। ਇਸੇ ਪੌੜੀ ਵਿੱਚ ਅਸੀਂ ਭਗਤ ਨਾਮਦੇਵ ਦੀ ਸ਼ਬਦ ਦੀ ਗੱਲ ਚਲਾਈ ਸੀ, ਜਿਹਦੇ ਨਿਰੰਤਰ ਸ਼ਬਦ ਵਰਤਦਾ ਹੈ, ਕਿਉਂਕਿ ਸ਼ਬਦ ਨਾਲ ਮੈਂ ਨਿਰੰਤਰ ਕਿਵੇਂ ਸਾਂਝ ਪਾ ਸਕਦਾ। ਜੇ ਮੈਂ ਆਪਣੇ ਆਪ ਨੂੰ ਕੌਨਸ਼ੀਅਸ ਲੈਵਲ 'ਤੇ ਹਰ ਵਾਰ ਕਹਾਂਗਾ ਕਿ ਹੁਣ ਮੈਂ ਸ਼ਬਦ ਨਾਲ ਜੁੜਨਾ ਹੈ, ਤਾਂ ਫਿਰ ਉਹ ਐਕਸਪੀਰੀਅੰਸ ਪੋਸੀਬਲ ਨਹੀਂ ਹੋ ਸਕਦਾ। ਇਹ ਅਨਕੌਨਸ਼ੀਅਸ ਸਬਕੌਨਸ਼ੀਅਸ ਲੈਵਲ 'ਤੇ ਸ਼ਬਦ ਦਾ ਐਕਸਪੀਰੀਅੰਸ ਹੋਣਾ ਹੈ, ਔਰ ਉਹ ਇਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਕਿ ਜੋ ਨਿਰੰਤਰ ਚੱਲ ਰਿਹਾ ਹੈ, ਕਿਉਂਕਿ ਮਹਾਰਾਜ ਕਹਿੰਦੇ ਅੰਤਰ ਸ਼ਬਦ ਨਿਰੰਤਰ ਮੁਦਰਾ, constantly, all the time। हाँ मैं ममता दूर करी, और ऐसे रस्ते तो मैं ईगो माइंड तो दूर चला जाना। ਹੁਣ ਇਹ ਸ਼ਬਦ ਤੇ ਬੜੇ ਵੈਸੇ ਤੇ ਦੇਖਣ ਔਰ ਸੁਣਨ 'ਚ ਬੜੇ ਸਿੰਪਲ ਸ਼ਬਦ ਨੇ, ਆਖਰੀ ਅਰਥਾਂ ਵਿੱਚ ਇਹਨਾਂ ਨੂੰ ਡਿਸਕਸ ਕੀਤਾ ਜਾਏ ਤੇ ਦੇ ਆਰ ਨਾਟ ਸੋ ਡਿਫਿਕਲਟ ਟੂ ਐਕਸਪਲੇਨ ਮੀਨਿੰਗ ਆਫ, ਬਟ ਜੀਵਨ ਵਾਸਤੇ ਸਾਰੇ ਜੀਵਨ ਨੂੰ ਬਦਲ ਦੇਣ ਇਹੋ ਜਿਹੇ ਐਕਸਪੀਰੀਅੰਸਿਸ। ਨਿਰੰਤਰ ਸ਼ਬਦ ਨਾਲ ਕਿਵੇਂ ਰਸਤਾ, ਕਿਵੇਂ ਅਸੀਂ ਐਕਸਪੀਰੀਅੰਸ ਪਾ ਸਕਦੇ ਹਾਂ। ਇਹਦਾ ਮਤਲਬ ਸਿਰਫ ਇੱਕ ਸਾਧਨ ਵਿੱਚ ਬੈਠ ਕੇ ਘੰਟਾ ਇੱਕ ਅੱਧਾ ਘੰਟਾ ਸ਼ਬਦ ਦਾ ਅਭਿਆਸ ਕਰਨ 'ਚ ਗੱਲ ਨਹੀਂ ਮੁੱਕਦੀ ਸਿੱਖ ਦੀ। ਸਿੱਖ ਦੇ ਨਾਲ ਸ਼ਬਦ ਨਿਰੰਤਰ ਹੈ, ਉਹਦਾ ਐਕਸਪੀਰੀਅੰਸ ਸ਼ੁਰੂ ਭਾਵੇਂ ਉੱਥੋਂ ਹੋ ਸਕਦਾ ਹੈ, ਬਟ ਹੀ ਕੈਰੀਜ਼ ਦ ਸ਼ਬਦ ਐਜ਼ ਏ ਕੌਨਸਟੈਂਟ ਕੰਪੈਨੀਅਨ, ਔਰ ਇਸ ਕੰਪੈਨੀਅਨ ਦੀ ਗੱਲ ਗੁਰੂ ਸਾਹਿਬ ਅੱਗੇ ਕਰਦੇ ਵੀ ਹਨ। ਇਹ ਸਾਰੇ ਜਿਵੇਂ ਸਾਰੇ ਰੋਗਾਂ ਦਾ ਹੱਲ ਮਿਲ ਗਿਆ ਹੋਏ। ਰੋਗ ਕੀ ਨੇ? ਜਿਹੜੀ ਚੀਜ਼ ਸਾਨੂੰ ਡਿਸਟਰਬ ਕਰ ਰਹੀ ਹੈ ਮਾਨਸਿਕ ਲੈਵਲ 'ਤੇ, ਮਨ ਦੀ ਲੈਵਲ 'ਤੇ, ਉਹ ਰੋਗ ਨੇ ਸਾਡੇ, ਔਰ ਉਹਨਾਂ ਨੂੰ ਗੁਰੂ ਸਾਹਿਬ ਸ਼ਬਦ ਦੇ ਨਾਲ ਹੀ ਐਡਰੈਸ ਕਰ ਰਹੇ ਹਨ। ਕਹਿ ਰਹੇ ਨੇ ਕਾਮ ਕ੍ਰੋਧ ਹੰਕਾਰ ਨਿਵਾਰੇ, ਗੁਰ ਕੇ ਸ਼ਬਦ ਸੁਸਮਝ ਪੜੀ। ਇਹ ਹੁਣ ਬਾਰ-ਬਾਰ ਗੁਰੂ ਸਾਹਿਬ ਸ਼ਬਦ ਵੱਲ ਹੀ ਜਾ ਰਹੇ ਹਨ। ਤੁਸੀਂ ਮਮਤਾ ਨੂੰ ਮਾਰਨਾ ਹੈ ਤਾਂ ਵੀ ਸ਼ਬਦ ਨਾਲ ਮਾਰੋਗੇ, ਹੰਕਾਰ ਨੂੰ ਮਾਰਨਾ ਤਾਂ ਵੀ ਸ਼ਬਦ ਨਾਲ ਮਾਰਾਂਗੇ। ਜੇ ਅਸੀਂ ਨਿਵਾਰਨਾ ਹੈ ਆਪਣੇ, ਨਿਵਾਰਨ ਆਲ ਸੋਲਿਊਸ਼ਨਸ। ਹੁਣ ਅਸੀਂ ਦੇਖਦੇ ਹਾਂ ਇੱਕ ਪ੍ਰੋਬਲਮ ਸਾਡੇ ਸਾਹਮਣੇ ਆਈ, ਬਿਜ਼ਨਸ ਸੋਲਿਊਸ਼ਨ ਆਇਆ, ਜਾਂ ਰਿਲੇਸ਼ਨਸ਼ਿਪ ਪ੍ਰੋਬਲਮ ਆਇਆ, ਜਾਂ ਕੋਈ ਹੋਰ ਜੀਵਨ ਦੇ ਪ੍ਰੋਬਲਮ ਆਏ, ਅਸੀਂ ਉਹਨੂੰ ਪ੍ਰੋਬਲਮ ਸਮਝ ਕੇ ਜੀਵਨ ਜੀ ਰਹੇ ਹਾਂ। ਠੀਕ ਹੈ, ਉਹ ਪ੍ਰੋਬਲਮ ਹੈ, ਦੋਜ਼ ਆਰ ਸਿੰਪਟਮਸ, ਦੋਜ਼ ਆਰ ਨਾਟ ਦ ਪ੍ਰੋਬਲਮ। ਜਿਵੇਂ ਸਰੀਰ ਦੇ ਵਿੱਚ ਮੈਨੂੰ ਬੁਖਾਰ ਹੋ ਜਾਂਦਾ, ਬਟ ਇਨਫੈਕਸ਼ਨ ਇਜ਼ ਕਾਜ਼ਿੰਗ ਦ ਟੈਂਪਰੇਚਰ, ਸੋ ਫੀਵਰ ਇਜ਼ ਨਾਟ ਦ ਡਿਜ਼ੀਜ਼, ਇਟਸ ਦ ਸਿੰਪਟਮ। ਇਸ ਤਰ੍ਹਾਂ ਜੋ ਮੇਰੇ ਜੀਵਨ ਦੇ ਵਿੱਚ ਵਿਘਨ ਨੇ, ਜੋ ਮੇਰੇ ਜੀਵਨ ਦੇ ਵਿੱਚ ਆਬਸਟੀਕਲਸ ਹਨ, ਜਾਂ ਜਿਨ੍ਹਾਂ ਨੂੰ ਮੈਂ ਪ੍ਰੋਬਲਮ ਸਮਝ ਕੇ ਜੀਵਨ ਦੀ ਇਸ਼ੂਜ਼ ਬਣਾ ਕੇ ਬੈਠਾ ਵਾਂ, ਉਹ ਸਿੰਪਟਮਸ ਹੈਗੇ। ਦ ਪ੍ਰੋਬਲਮ ਇਜ਼ ਹੇਅਰ ਦੈਟ ਮੈਂ ਸ਼ਬਦ ਤੋਂ ਟੁੱਟਿਆ ਹੋਇਆ, ਕਿਉਂਕਿ ਮਹਾਰਾਜ ਕਹਿ ਰਹੇ ਕਿ ਇਸ ਸ਼ਬਦ ਦੇ ਮਿਲਣ ਨਾਲ ਸਭ ਕੁਝ ਨਿਵਾਰਿਆ ਜਾਏਗਾ, ਔਰ ਇਹਦੀ ਸਮਝ ਸ਼ਬਦ ਦੇ ਨਾਲ ਸਾਂਝ ਪਾ ਕੇ ਆਏਗੀ। ਸੋ what we are imagining to be the problem is the symptom of life। ਗੁਰੂ ਸਾਹਿਬ ਨੇ ਇਹ ਚੀਜ਼ ਜਦੋਂ ਐਕਸਪਲੇਨ ਕੀਤੀ ਹੈ, ਇਹ ਜੀਵਨ ਬਦਲ ਦੇਗਾ ਕਿਸੇ ਦਾ ਵੀ ਜੀਵਨ, ਅਗਰ ਉਹ ਪੂਰੀ ਤਰ੍ਹਾਂ ਮੈਨੂੰ ਸਮਝ ਆ ਗਿਆ ਤਾਂ। ਇਹ ਤੇ ਮੇਰਾ ਭਾਗ ਨਹੀਂ ਹੈ ਕਿ ਅਸੀਂ ਇਹਨਾਂ ਸ਼ਬਦਾਂ ਨੂੰ ਪੂਰੀ ਤਰ੍ਹਾਂ ਕਮਾ ਸਕੀਏ, ਪਰ ਜੇ ਕਮਾਉਣ ਵਿੱਚ ਲੱਗ ਜਾਈਏ ਤਾਂ ਇਹਨਾਂ ਦੀ ਰੈਵੂਲੇਸ਼ਨ ਜਿਹੜੀ ਹੈ ਉਹ ਇਟਰਨਲ ਹੈ। ਹੁਣ ਗੁਰੂ ਸਾਹਿਬ ਕਹਿੰਦੇ ਖਿੰਤਾ ਝੋਲੀ ਭਰਪੂਰ ਰਹੀਏ, ਨਾਨਕ ਤਾਰੇ ਏਕ ਹਰੀ। ਇੱਕ ਅਨਕੌਨਸ਼ੀਅਸ ਲੈਵਲ 'ਤੇ ਐਕਸਪੀਰੀਅੰਸ ਹੋ ਰਿਹਾ ਹੈ। ਤਾਰਦਾ ਜਿਹੜਾ ਹੈ ਉਹ ਹਰੀ ਤਾਰਦਾ ਹੈ, ਉਹਦੀ ਕਰਮ ਨਾਲ, ਉਹਦੀ ਕਿਰਪਾ ਨਾਲ। ਉਹ ਮੇਰੀ ਕੌਨਸ਼ੀਅਸ ਲੈਵਲ 'ਤੇ ਨਹੀਂ ਹੋ ਰਿਹਾ। ਮੇਰੀ ਕੌਨਸ਼ੀਅਸ ਲੈਵਲ ਤਾਂ ਸਿਰਫ ਸ਼ਬਦ ਦੇ ਨਾਲ ਸਾਂਝ ਹੈ, ਔਰ ਸ਼ਬਦ ਦੇ ਥਰੂ ਕਿਰਪਾ ਹੈ।
ਹੁਣ ਖਿੰਥਾ ਔਰ ਝੋਲੀ ਇਹ ਇਹਨਾਂ ਦੇ ਯੋਗੀਆਂ ਦੇ ਸਿੰਬਲਸ ਨੇ। ਉਹ ਇੱਕ ਅਪਰੋਚ ਵੀ ਹੈ ਜੀਵਨ ਦੀ ਜਿਹਦੇ ਕਰਕੇ ਉਹ ਸਿੰਬਲਸ ਨੇ। ਪਰ ਮਹਾਰਾਜ ਕਹਿੰਦੇ ਨੇ ਭਰਪੂਰ ਰਿਹਾ, ਨਿਰੰਕਾਰ ਹਰ ਜਗ੍ਹਾ ਤੇ ਹਾਜ਼ਰ ਹੈ, ਮੇਰੇ ਅੰਦਰ ਔਰ ਬਾਹਰ ਦੋਨੋਂ ਜਗ੍ਹਾ ਤੇ ਹਾਜ਼ਰ ਹੈ, ਭਰਪੂਰ ਹੈ। ਉਹਦਾ ਐਕਸਪੀਰੀਅੰਸ ਇੰਟੈਂਸ ਔਰ ਕੰਪਲੀਟ ਹੈ। ਇਹ ਆਪਣੀ ਲੈਵਲ ਦੀ ਗੱਲ ਹੈ। ਗੁਰੂ ਸਾਹਿਬ ਜਿਹੜੀ ਚੀਜ਼ਾਂ ਕਹਿ ਰਹੇ, ਮੈਂ ਆਪ ਅੱਗੇ ਇਹ ਵਿਚਾਰ ਕਿਉਂ ਰੱਖ ਰਿਹਾ ਤਾਂ ਕਿ ਇੱਕ ਰੀਕੈਪ ਹੋ ਜਾਂਦਾ। ਦੂਸਰਾ ਇਹਦੀ ਸ਼ਬਦਾਂ ਦੀ ਇੰਟੈਂਸਿਟੀ ਨੂੰ ਸਮਝਦੇ ਹੋਏ ਮੈਂ ਥੋੜ੍ਹਾ ਵਿਚਾਰ ਬਣਾਉਂਦਾ ਵਾਂ ਕਿ ਜੋ ਗੁਰੂ ਸਾਹਿਬ 4 ਸ਼ਬਦਾਂ ਵਿੱਚ ਕਹਿ ਜਾ ਰਹੇ ਨੇ, they can actually change me forever if I understood them and applied them in my life। ਸਾਚਾ ਸਾਹਿਬ ਸਾਚੀ ਨਾਈ ਪਰਖੇ ਗੁਰ ਕੀ ਬਾਤ ਖਰੀ। ਇਹ ਹੁਣ ਗੁਰੂ ਸਾਹਿਬ ਦੇ 10ਵੀਂ ਪੌੜੀ ਇਹ ਹੈ, ਫਿਰ 11ਵੀਂ ਪੌੜੀ ਹੈ ਜਿਹੜੀ ਅਸੀਂ ਕੱਲ੍ਹ ਵਿਚਾਰੀ, ਜੋ ਇਨ ਕੰਟੀਨਿਊਮ ਟੂ 10th ਪੌੜੀ ਹੈ। ਅਤੇ ਇਸ ਕਰਕੇ ਰਿਲੇਸ਼ਨ ਉਹਦਾ 9ਵੀਂ ਪੌੜੀ ਨਾਲ ਹੈ, ਜਿੱਥੇ ਜੋਗਿੰਦਰਾ ਦੀ ਗੱਲ ਚੱਲ ਰਹੀ ਹੈ, ਜਿੱਥੇ ਯੋਗੀਆਂ ਨੇ ਆਪਣੀ ਗੱਲ ਚਲਾਈ ਹੈ। ਅੰਤਰ ਸ਼ਬਦ ਕੱਲ੍ਹ ਗੁਰੂ ਸਾਹਿਬ ਨੇ ਜਿਹੜੀ ਗੱਲ ਸਾਨੂੰ ਸਮਝਾਈ ਕਿ ਇਹਨੂੰ ਮੂੰਹ ਮਾਰੀਏ, ਐਕਸਪੈਕਟੇਸ਼ਨਸ ਨੂੰ ਛੱਡੀਏ ਔਰ ਡਿਟੈਚਮੈਂਟ ਵੱਲ ਜੀਵਨ ਜਦੋਂ ਜਾਏ, ਇੰਟਰਨਲ ਡਿਟੈਚਮੈਂਟ। ਤਾਂ ਟੋਪੀ ਜਿਹੜੀ ਹੈ ਉਹ ਐਟੀਟਿਊਡ ਆਫ ਲਾਈਫ ਹੈ, ਜਿੱਥੇ ਇਹ 5 ਭੂਤ ਸਾਨੂੰ ਸਟੇਬਿਲਿਟੀ, ਕਾਮਨੈਸ, ਇਕੁਆਲਿਟੀ, ਇਹ ਜਿਹੜੀ ਕੁਆਲਿਟੀਜ਼ ਨੇ ਇਹਨਾਂ ਨੂੰ ਮੈਂ ਇੰਟਰਨਲਾਈਜ਼ ਕਰ ਦਿੰਦਾ ਜਦੋਂ। ਔਰ ਕਿਵੇਂ ਇੰਟਰਨਲਾਈਜ਼ ਕਰਾਂਗਾ? ਉਹ ਕਾਇਆ ਨੂੰ ਵੀ ਕਹਿੰਦੇ ਨੇ ਕਿ ਮਨ ਨੂੰ ਸੰਭਾਲਣਾ ਤਾਂ ਕਾਇਆ ਨੂੰ ਅਲਰਟ ਕਰਨਾ ਹੈ। ਤੁਸੀਂ ਇਹ ਕੜਾਸਨ ਵਿਛਾਉਂਦੇ ਹੋ, ਇੱਕ ਆਸਨ ਵਿਛਾ ਰਹੇ ਹੋ ਜਿਹੜਾ ਕਿ ਟੂ ਕੀਪ ਯੋਰ ਸੈਲਫ ਅਵੇਕ। ਬਟ ਅਗਰ ਮੈਂ ਮਨ ਹੀ ਜਗਾ ਲਿਆ, ਜੇ ਮੈਂ ਮਨ ਦੀ ਲੈਵਲ 'ਤੇ ਸਮਝ ਲਿਆ ਕਿ ਸ਼ਬਦ ਨਾਲ ਜੁੜਨਾ ਮੇਰੇ ਲਈ ਰੈਲੇਵੈਂਟ ਹੈ ਔਰ ਟਰਾਂਸਫਾਰਮਿੰਗ ਬਣ ਜਾਂਦਾ ਹੈ ਮੇਰੇ ਮਨ ਦੀ ਲੈਵਲ 'ਤੇ, ਅਤੇ ਮੈਂ ਫਿਰ ਆਈ ਐਮ ਅਲਰਟ ਟੂ ਵਾਟ ਦ ਪੋਸੀਬਿਲਿਟੀਜ਼ ਆਫ ਮਾਈਂਡ ਡਰੋਪਿੰਗ। ਹੁਣ ਇਹ ਗੱਲ ਸਮਝਣ ਵਾਲੀ ਹੈ ਕਿ ਮੇਰਾ ਮਨ ਆਰਾਮ ਔਰ ਵਿਸਰਾਮ ਕਿੱਥੇ ਕਰਦਾ ਹੈ, ਮੇਰਾ ਮਨ ਨੂੰ ਕਿਸ ਜਗ੍ਹਾ 'ਤੇ ਸਕੂਨ ਮਿਲ ਰਿਹਾ ਹੈ। ਅਗਰ ਉਹ ਰਿਲੇਸ਼ਨਸ਼ਿਪਸ ਵਿੱਚ ਮਿਲ ਰਿਹਾ ਹੈ, ਜੀਵਨ ਦੇ ਵਿੱਚ ਮਿਲ ਰਿਹਾ ਹੈ, ਬਾਹਰ ਮੁਖੀ ਹੋ ਕੇ ਮਿਲ ਰਿਹਾ ਹੈ, ਤਾਂ ਫਿਰ ਮਨ ਜਿਹੜਾ ਹੈ ਹਾਲੇ ਪਕਿਆਈ ਵੱਲ ਨਹੀਂ ਗਿਆ। ਅਸੀਂ ਮਨ ਦੇ ਜਿਹੜੇ ਸਲਿਊਸ਼ਨਸ ਹਨ ਉਹ ਨਹੀਂ ਲੱਭੇ ਹਾਲੇ। ਪਰ ਜੇ ਉਹ ਅੰਤਰ ਮੁਦਰਾ ਵਿੱਚ ਹੈ, ਨਿਰੰਤਰ ਮੁਦਰਾ ਵਿੱਚ ਹੈ, ਸ਼ਬਦ ਦੇ ਨਾਲ ਇੰਟਰਨਲਾਈਜ਼ ਹੋਣ ਦੀ ਕੋਸ਼ਿਸ਼ ਵਿੱਚ ਲੱਗਿਆ ਹੈ, ਤਾਂ ਉਹ ਇੰਟਰਨਲ ਸਲਿਊਸ਼ਨਸ ਵੱਲ ਚੱਲ ਰਿਹਾ ਹੈ। ਔਰ ਇੱਕ ਵਾਰ ਇਹ ਗੱਲ ਸਾਨੂੰ ਸਮਝ ਆ ਜਾਂਦੀ ਹੈ ਤਾਂ ਫਿਰ ਜੋ ਸਾਡੇ ਆਲੇ ਦੁਆਲੇ ਬਾਹਰਲੀ ਦੁਨੀਆ ਵਿੱਚ ਹੋ ਰਿਹਾ ਹੈ ਉਹ ਸਾਨੂੰ ਸਿਖਾਉਣ ਦੀ ਮਦਦ ਕਰੇਗਾ, ਵਿਘਨ ਨਹੀਂ ਬਣੇਗਾ। ਹੁਣ ਬਾਹਰਲਾ ਜੀਵਨ ਮੇਰੀ ਅੰਡਰਸਟੈਂਡਿੰਗ ਵਿੱਚ ਇੰਪਰੂਵ ਕਰੇਗਾ, ਮੇਰਾ ਜੀਵਨ ਦੀ ਐਟੀਟਿਊਡ ਇੰਪਰੂਵ ਕਰੇਗਾ, ਬਟ ਇਟ ਵਿਲ ਨਾਟ ਬਿਕਮ ਦ ਪ੍ਰੋਬਲਮ ਆਈ ਐਮ ਥਿੰਕਿੰਗ ਇਟ ਇਜ਼। ਕਿਉਂਕਿ ਪ੍ਰੋਬਲਮ ਤਾਂ ਮਾਨਸਿਕ ਲੈਵਲ 'ਤੇ ਹੈ, ਮਨ ਦੀ ਲੈਵਲ 'ਤੇ ਹੈ। ਤਾਂ ਗੁਰੂ ਸਾਹਿਬ ਦੇ ਇਹਨਾਂ ਸ਼ਬਦਾਂ ਨਾਲ ਅਸੀਂ ਵਿਚਾਰਦੇ ਹੋਏ ਵੀਰ ਨੂੰ ਬੇਨਤੀ ਕਰਾਂਗੇ ਕਿ 12 ਔਰ 13 ਪੌੜੀਆਂ ਨੂੰ ਪੜ੍ਹੀਏ। ਫਿਰ ਅਸੀਂ ਹੋ ਸਕਦਾ ਹੈ ਅਗਲੀ 2 ਵੀ, ਕਿਉਂਕਿ 14ਵੀਂ ਔਰ ਪੌੜੀ ਵੀ ਥੋੜ੍ਹੇ ਇੰਟੈਂਸ ਕੁਐਸਚਨ ਹੋਲਡ ਕਰ ਰਹੀ ਹੈ। ਇਹ ਹੁਣ ਜਿਹੜੇ ਕੁਐਸਚਨ ਨੇ, ਟੋਟਲ 20 ਕੁਐਸਚਨਸ ਨੇ, ਇਹਨਾਂ ਦੋਨਾਂ ਪੌੜੀਆਂ ਵਿੱਚ ਕਾਫੀ ਕੁਐਸਚਨ ਆ ਜਾਂਦੇ ਹਨ। ਜਿਵੇਂ 14 ਪੌੜੀ ਵਿੱਚ ਗੁਰੂ ਸਾਹਿਬ ਨੂੰ ਯੋਗੀ ਕਹਿੰਦੇ ਹੈ, ਕਿਉਂ ਕਰ ਬਾਧਾ ਸਰਪਨ ਖਾਧਾ। ਕਿਸ ਕਰਕੇ ਬੰਨਿਆ ਗਿਆ ਇਨਸਾਨ, ਜਿਵੇਂ ਮੈਂ ਔਰ ਤੁਸੀਂ ਬੰਨੇ ਗਏ ਹਾਂ, ਐਂਡ ਸਰਪਨ ਖਾਧਾ, ਔਰ ਮੌਤ ਨੇ, ਕਾਲ ਨੇ ਮੈਨੂੰ ਖਾ ਕਿਵੇਂ ਲਿਆ, ਕਿਵੇਂ ਖਾ ਰਹੀ ਹੈ। ਇੱਕ ਹੋਰ ਕੁਐਸਚਨ ਹੈ ਲਾਈਫ ਦਾ, ਕਿਵੇਂ ਮੈਂ ਬੰਨਿਆ ਗਿਆ। ਪਹਿਲਾਂ ਅਸੀਂ 11-12 ਨੂੰ ਵਿਚਾਰਦੇ ਹਾਂ, 12 ਔਰ 13 ਪੌੜੀਆਂ ਨੂੰ ਪੜ੍ਹਦੇ ਹਾਂ, ਫਿਰ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ। ਜੇ ਸਮਾਂ ਮਿਲਿਆ, ਜੀ ਤਾਂ ਕਰਦਾ ਕਿ ਇਸ ਬਾਣੀ ਵਿੱਚ ਨਿਰੰਤਰ ਬੈਠੀਏ, ਪਰ ਸਮੇਂ ਦੇ
ਘਾਟ ਕਰਕੇ ਕੋਸ਼ਿਸ਼ ਕਰਦੇ ਹਾਂ ਜਿਤਨੀ ਜ਼ਿਆਦਾ ਸੰਗਤ ਕਰ ਸਕੀਏ ਇਸ ਬਾਣੀ ਦੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਸੀਂ ਰਹਾਉ ਦੀ ਤੁਕ ਤੋਂ ਪੜ੍ਹ ਕੇ ਫਿਰ 12ਵੀਂ ਪੌੜੀ ਤੋਂ ਸ਼ੁਰੂ ਕਰਨਾ। ਮਹਾਰਾਜ ਕਿਆ ਭਵਿਐ ਸਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਕਵਨ ਸੋ ਗੁਪਤਾ, ਕਵਨ ਸੋ ਮੁਕਤਾ, ਕਵਨ ਸੋ ਅੰਤਰ ਬਾਹਰ ਜੁਗਤਾ, ਕਵਨ ਸੋ ਆਵੈ ਕਵਨ ਸੋ ਜਾਏ, ਕਵਨ ਸੋ ਤ੍ਰਿਭੁਵਨ ਰਿਹਾ ਸਮਾਏ। ਘਟ ਘਟ ਗੁਪਤਾ ਗੁਰਮੁਖ ਮੁਕਤਾ, ਅੰਤਰ ਬਾਹਰ ਸ਼ਬਦ ਸੋ ਜੁਗਤਾ, ਮਨ ਮੁਖ ਬਿਨਸੈ ਆਵੈ ਜਾਏ, ਨਾਨਕ ਗੁਰਮੁਖ ਸਾਚ ਸਮਾਏ। ਸੱਚੇ ਦੇ ਸ਼ਬਦ ਦੇ ਬਿਨਾਂ ਕੋਈ ਵੀ ਮੁਕਤ ਨਹੀਂ ਹੁੰਦਾ। ਨੋਬਡੀ ਇਜ਼ ਫਰੀਡ। ਇਸ ਕਰਕੇ ਇਹ ਸ਼ਬਦ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਾਡੇ ਸਾਰਿਆਂ ਨਾਲ ਰਿਲੇਸ਼ਨ ਹੈ। ਇਹ ਸਾਰੀ ਸ੍ਰਿਸ਼ਟੀ ਨਾਲ ਰਿਲੇਸ਼ਨ, ਸਾਰੀ ਹਿਊਮੈਨਿਟੀ ਨਾਲ ਰਿਲੇਸ਼ਨ ਰੱਖਦਾ ਹੈ। ਕੋਈ ਵੀ ਇਨਸਾਨ ਕਹੇ ਮੈਂ ਬੰਨਿਆ ਹੋਇਆ, ਆਈ ਵਾਂਟ ਫਰੀਡਮ ਫਰੋਮ ਫੀਲਿੰਗ ਆਫ ਫਰੀਡਮ ਫਰੋਮ ਲਾਈਫ, ਉਹਨੂੰ ਇਹ ਸ਼ਬਦ ਦਾ ਜਾਣਨਾ ਫਿਰ ਜ਼ਰੂਰੀ ਹੈ। ਬਿਨਾਂ ਸ਼ਬਦ ਦੇ ਕਿਸੇ ਨੂੰ ਨਹੀਂ ਮਿਲੇਗਾ। ਕ੍ਰਿਸਚੈਨਿਟੀ ਵਿੱਚ ਇੱਕ ਲਾਈਨ ਆਉਂਦੀ ਹੈ, ਉਹ ਕਹਿੰਦੇ ਇਨ ਦ ਬਿਗਨਿੰਗ ਵਾਜ਼ ਦ ਵਰਡ ਐਂਡ ਦ ਵਰਡ ਵਾਜ਼ ਗੋਡ। ਬਾਈਬਲ ਦੇ ਵਿੱਚ ਗੱਲ ਹੁਣ ਅਸੀਂ ਅੱਗੇ ਵਧਾਈਏ ਸਾਹਿਬ ਦੀ। ਗੁਰੂ ਮਹਾਰਾਜ ਨੇ ਯੋਗੀਆਂ ਨੂੰ ਪਿਛਲੀ 2, 3, 4 ਪੌੜੀਆਂ ਵਿੱਚ ਸ਼ਬਦ ਔਰ ਮਨ ਵੱਲ ਪ੍ਰੇਰਿਆ ਹੈ। ਦਰਅਸਲ ਯੋਗੀ ਦੇ ਜੀਵਨ ਵਿੱਚ ਵੀ ਦੇਰ ਇਜ਼ ਨੋ ਕੌਨਸੈਪਟ ਆਫ ਗੋਡ। ਉਹ ਸ਼ਿਵ ਨੂੰ ਜਾਣਦੇ ਨੇ ਐਜ਼ ਰੱਬ, ਔਰ ਸ਼ਿਵ ਤਾਂ ਫਾਰਮ ਦੇ ਵਿੱਚ ਹੈ, ਸਾਕਾਰ ਦੇ ਰੂਪ ਵਿੱਚ ਹੈ, ਉਹਦੀ ਕੁਝ ਕੁਆਲਿਟੀਜ਼ ਹਨ। ਤਾਂ ਯੋਗੀ ਜੀਵਨ ਵੀ ਫਿਰ ਉਸ ਤਰ੍ਹਾਂ ਹੀ, ਜਦੋਂ ਦਰਅਸਲ ਅਸੀਂ ਨਾਮ ਤੋਂ ਟੁੱਟ ਜਾਂਦੇ ਹਾਂ ਤਾਂ ਫਿਰ ਅਸੀਂ ਦੂਸਰੇ ਸਪੋਰਟਸ ਲੈਣੇ ਸ਼ੁਰੂ ਕਰ ਦਿੰਦੇ ਹਾਂ। ਜਿਵੇਂ ਯੋਗੀ ਦੇਖਿਆ ਜਾਂਦਾ ਹੈ ਤੇ ਚਰਸ ਵੀ ਲੈਂਦੇ ਹੈ, ਸ਼ਰਾਬ ਵੀ ਪੀਂਦੇ ਹੈ। ਇਹ ਫਿਜ਼ੀਕਲ ਸਟਿਮੂਲੈਂਟਸ ਹੈਗੇ। ਇਹਨਾਂ ਚੀਜ਼ਾਂ ਦਾ ਰਿਲੇਸ਼ਨ ਮਨ ਦੀ ਅਲਰਟਨੈਸ ਨਾਲ ਹੈ, ਮਨ ਦੇ ਜਾਗਰਤ ਹੋਣ ਦੇ ਨਾਲ ਹੈ। ਤਾਂ ਗੁਰੂ ਮਹਾਰਾਜ ਨੇ ਇਹਨਾਂ ਨੂੰ ਜਦੋਂ ਯੋਗੀਆਂ ਨਾਲ ਇਸ ਸਟੇਟ ਆਫ ਮਾਈਂਡ ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਸ਼ਬਦ ਦੀ ਗੱਲ ਬਾਰ-ਬਾਰ ਆ ਰਹੀ ਹੈ, ਮਨ ਦੀ ਅਲਰਟਨੈਸ ਦੀ ਗੱਲ ਦੀ ਬਾਰ-ਬਾਰ ਆ ਰਹੀ ਹੈ, ਤਾਂ ਯੋਗੀ ਫਿਰ ਇੱਕ ਪ੍ਰਸ਼ਨ ਪੁੱਛ ਰਹੇ ਹੈ ਗੁਰੂ ਮਹਾਰਾਜ ਨੂੰ ਕਿ ਕਵਨ ਸੁ ਗੁਪਤਾ, ਕਵਨ ਸੁ ਮੁਕਤਾ, ਕਵਨ ਸੁ ਅੰਤਰ ਬਾਹਰ ਜੁਗਤਾ। ਕੌਣ ਗੁਪਤ ਹੈ, ਕਿਹੜੀ ਸ਼ਕਤੀ ਹੈ ਜਿਹੜੀ ਅਨਸੀਨ ਹੈ, ਜਿਹੜੀ ਦਿਖਦੀ ਨਹੀਂ ਹੈ, ਔਰ ਕੌਣ ਇਹਦੇ 'ਚ ਮੁਕਤਾ ਹੈ, ਮੁਕਤ ਫਰੀ ਹੈ, ਇੱਥੇ ਕੌਣ ਆਜ਼ਾਦ ਹੈ। ਕਵਨ ਸੁ ਅੰਤਰ ਬਾਹਰ ਜੁਗਤਾ, ਔਰ ਅੰਤਰ ਔਰ ਬਾਹਰ ਦੇ ਵਿੱਚ ਕੌਣ ਜੁੜਿਆ ਹੋਇਆ ਹੈ। ਹੁਣ ਇਹਨਾਂ ਲਾਈਨਾਂ ਨੂੰ ਅਸੀਂ, ਕਿਉਂਕਿ ਅਗਲੀ ਪਿਛਲੀ 2 ਵੀ ਮੈਂ ਪੜ੍ਹ ਲੈਂਦਾ। ਕਵਨ ਸੁ ਆਵੇ ਕਵਨ ਸੁ ਜਾਏ, ਕੌਣ ਇੱਥੇ ਆ ਰਿਹਾ ਹੈ ਔਰ ਕੌਣ ਜਾ ਰਿਹਾ ਹੈ। ਕਵਨ ਸੁ ਤ੍ਰਿਭੁਵਨ ਰਿਹਾ ਸਮਾਏ, ਇਹ ਤਿੰਨਾਂ ਲੋਕਾਂ ਦੇ ਵਿੱਚ ਜਾਂ ਇਸ ਸਾਰੀ ਸ੍ਰਿਸ਼ਟੀ ਦੇ ਅੰਦਰ ਕੌਣ ਸਮਾਇਆ ਹੋਇਆ ਹੈ, ਕੀ ਸਮਾਇਆ ਹੋਇਆ ਹੈ। ਇਹ ਸਾਰੇ ਪ੍ਰਸ਼ਨ ਅਨਸੀਨ ਵਰਲਡ ਬਾਰੇ ਹਨ, ਐਸੋਟੈਰਿਕ ਕੁਐਸਚਨ ਹਨ, ਦ੍ਰਿਸ਼ਮਾਨ ਨਹੀਂ ਹਨ। ਜੇ ਦਿਖਦੇ ਹੁੰਦੇ ਤਾਂ ਅਸੀਂ ਇਹ ਪ੍ਰਸ਼ਨ ਨਾ ਪੁੱਛਦੇ। ਜਿਹੜੀ ਚੀਜ਼ ਜੋਗੀਆਂ ਨੂੰ ਨਹੀਂ ਦਿਖ ਰਹੀ ਹੈ ਉਹਦੇ ਬਾਰੇ ਉਹ ਸਾਹਿਬ ਨੂੰ ਪੁੱਛਦੇ ਹਨ। ਹੋ ਸਕਦਾ ਹੈ ਟੈਸਟ ਲੈ ਰਹੇ ਹੋਣ, ਹੋ ਸਕਦਾ ਜੈਨੂਇਨ। ਜੋ ਅਗਲੇ ਕੁਐਸਚਨਸ ਨੇ ਉਹ ਤਾਂ ਇੰਟੈਂਸ ਹਨ ਬੜੇ, ਇਸ ਕਰਕੇ ਉਹ ਤਾਂ ਬੜੇ ਜੈਨੂਇਨ ਕੁਐਸਚਨ ਹਨ। ਕਵਨ ਸੁ ਬਾਧਾ ਸਰਪਣ ਖਾਧਾ, ਕੌਣ ਬੰਨਿਆ ਹੋਇਆ ਹੈ ਔਰ ਸਰਪ ਨੂੰ ਕਿਹਨੇ ਖਾ ਲਿਆ, ਡਿਸਟਰੋਏ ਕੌਣ ਹੋ ਗਿਆ ਸਮੇਂ ਨਾਲ। ਇਹਨਾਂ ਨੂੰ ਅਸੀਂ ਮਨ ਦੀ ਲੈਵਲ 'ਤੇ ਟੈਕਲ ਕਰਨ ਦੀ ਕੋਸ਼ਿਸ਼ ਕਰੀਏ। ਜਿਹੜੇ ਇਹ ਪ੍ਰਸ਼ਨ ਹੈਗੇ, ਮਨ ਦੇ ਅੰਦਰ ਕੌਣ ਹੈ ਜੋ ਗੁਪਤ ਹੈ, ਉਹ ਤਾਂ ਮੇਰੇ ਮਨ ਵਿੱਚ ਵੀ ਹੈ ਔਰ ਆਪ ਦੇ ਮਨ ਵਿੱਚ ਵੀ ਹੈ।
ਕਿਹੜੀ ਵਸਤੂ ਹੈ ਜਿਹੜੀ ਗੁਪਤ ਹੈ, ਜਿਹੜੀ ਮੇਰੇ ਨਾਲ ਰਹਿ ਰਹੀ ਹੈ ਪਰ ਮੈਨੂੰ ਦਿਖਦੀ ਨਹੀਂ ਹੈ। ਇਹ ਚੀਜ਼ ਤਾਂ ਮੈਨੂੰ ਵੀ ਟਰਬਲ ਕਰਦੀ ਹੈ। ਆਈ ਐਮ ਨਾਟ ਅਵੇਅਰ ਕਿ ਕੌਣ ਹੈ, ਕਿਸ ਤਰ੍ਹਾਂ ਪਤਾ ਲੱਗੇਗਾ ਉਹਦਾ। ਇਸ ਕੁਐਸਚਨ ਨੂੰ ਟੈਕਲ ਅਸੀਂ ਕਿਵੇਂ ਕਰਾਂਗੇ, ਕਿਉਂਕਿ ਇਹ ਜਿਹੜਾ ਕੁਐਸਚਨ ਹੈ ਮਨ ਦੀ ਲੈਵਲ 'ਤੇ ਕਾਫੀ ਰਿਵੀਲਿੰਗ ਕੁਐਸਚਨ ਹੈ। ਮੈਨੂੰ ਤਾਂ ਨਹੀਂ ਪਤਾ ਮੇਰੇ ਮਨ 'ਚ ਕੀ ਛਿਪਿਆ ਹੋਇਆ, ਨਾ ਮੈਂ ਜਾਣਿਆ ਹੈ, ਨਾ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਨਾ ਮੈਨੂੰ ਪਤਾ ਹੈ, ਪਰ ਉਹ ਹੈ ਮੇਰੇ ਅੰਦਰ ਗੁਪਤ। ਹਾਂ, ਅਸੀਂ ਇਸ ਕੁਐਸਚਨ ਨੂੰ ਫਿਜ਼ੀਕਲ ਲੈਵਲ 'ਤੇ ਵੀ ਲੈ ਸਕਦੇ ਹਾਂ ਕਿ ਇਸ ਦੁਨੀਆ ਦੇ ਅੰਦਰ ਕੌਣ ਛਿਪਿਆ ਹੋਇਆ, ਬਟ ਗੁਰੂ ਨਾਨਕ ਸਾਹਿਬ ਦੀ ਅਪਰੋਚ ਹੁਣ ਤੱਕ ਮਨ ਵੱਲ ਰਹੀ ਹੈ, ਸੋ ਮੈਂ ਵੀ ਮਨ ਵੱਲ ਹੀ ਜਾਂਦਾ ਹਾਂ। ਔਰ ਅਗਰ ਉਹ ਸ੍ਰਿਸ਼ਟੀ ਵਿੱਚ ਬਾਹਰ ਵੀ ਛਿਪਿਆ ਹੈ ਤਾਂ ਉਹ ਮਨ ਦੀ ਲੈਵਲ 'ਤੇ ਹੀ ਪਤਾ ਲੱਗੇਗਾ ਕੌਣ ਛਿਪਿਆ ਹੈ। ਐਕਸਪੀਰੀਅੰਸ ਜਿਹੜਾ ਬਾਹਰ ਦਾ ਹੈ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਬਿਨਾਂ ਆਪਣੇ ਤੱਤ ਨੂੰ ਜਾਣੇ ਭਰਮ ਨਹੀਂ ਮਿਟਦਾ। ਮੇਰੇ ਅੰਦਰ ਕੌਣ ਛਿਪਿਆ ਹੈ, ਮੇਰੇ ਅੰਦਰ ਮਨ ਦੇ ਤਹਿ ਦੇ ਵਿੱਚ ਕੀ ਗੁਪਤ ਹੈ, ਉਸ ਨੂੰ ਜਾਣੇ ਬਿਤਾ ਭਰਮ ਨਹੀਂ ਮਿਟੇਗਾ। ਮਨ ਨੂੰ ਜਾਣਨਾ ਜ਼ਰੂਰੀ ਹੈ। ਮਨ ਦਾ ਜਿਹੜਾ ਸਟਰਕਚਰ ਹੈ ਉਹ ਕੀ ਹੈ, ਬਾਣੀ ਕੀ ਕਹਿੰਦੀ ਹੈ। ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਜ ਤੱਤ ਕੋ ਜੀਓ। ਮੈਂ ਜਨਮ ਲਿਆ, ਪੰਜ ਤੱਤਾਂ ਦਾ ਸਰੀਰ ਮਿਲ ਗਿਆ, ਇਸ ਮਨ ਵਿੱਚ ਸ਼ਕਤੀ ਆ ਗਈ, ਇਹ ਮਨ ਐਕਸਪੀਰੀਐਂਸ਼ੀਅਲ ਹੋ ਗਿਆ ਔਰ ਇਹ ਪੰਜਾਂ ਤੱਤਾਂ ਦੇ ਜ਼ਰੀਏ ਇਹ ਦੁਨੀਆ ਨਾਲ ਕਨੈਕਟ ਹੋ ਗਿਆ। ਇਹਨੂੰ ਸਮਝਣਾ ਥੋੜ੍ਹਾ ਜਿਹਾ ਜੋ ਮੈਂ ਆਪ ਨਾਲ ਸ਼ੇਅਰ ਕਰ ਰਿਹਾ ਹਾਂ ਕਿ ਮਨ ਜਿਹੜਾ ਹੈ ਇਹ ਬਾਹਰਮੁਖੀ ਸਰੀਰ ਲੈਣ 'ਤੇ ਬਾਹਰ ਇੰਦਰੀਆਂ ਦੇ ਜ਼ਰੀਏ, ਆਈਜ਼, ਫੇਸ, ਟੱਚ, ਸਮੈਲ, ਇਹਦੇ ਜ਼ਰੀਏ ਇਹ ਦੁਨੀਆ ਨਾਲ ਕਨੈਕਟ ਹੋ ਗਿਆ। ਇਹਦਾ ਇੱਕ ਹੋਰ ਵੀ ਐਗਜ਼ਾਮਪਲ ਸਾਡੇ ਕੋਲ ਹੈ। ਜਦੋਂ ਗੁਰੂ ਸਾਹਿਬ ਬਾਣੀ ਵਿੱਚ ਸਾਨੂੰ ਕਹਿੰਦੇ ਹੈ ਕਿ ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਬਾਜੇ। ਜਦੋਂ ਮੈਂ ਸਰੀਰ ਦੇ ਦਰਵਾਜ਼ੇ ਬੰਦ ਕਰ ਲਏ ਤਾਂ ਮਨ ਦਾ ਐਕਸਪੀਰੀਅੰਸ ਜਿਹੜਾ ਹੈ ਬਾਹਰ ਮੁਖੀ ਨਾ ਹੋ ਕੇ ਇੰਟਰਨਲਾਈਜ਼ ਹੋ ਗਿਆ, ਤਾਂ ਉਹਦੇ 'ਚ ਬਾਜੀ ਅਲੇ ਅਨਹਦ ਬਾਜੇ ਵੱਜਣ ਲੱਗ ਪਏ। ਉਹੀ ਐਨਰਜੀ ਜੋ ਬਾਹਰ ਜਾ ਰਹੀ ਸੀ ਉਹ ਅੰਤਰਮੁਖੀ ਹੋ ਕੇ ਮੇਰੇ ਅੰਦਰ ਦੇ ਦਰਵਾਜ਼ਿਆਂ ਨੂੰ ਖੋਲ੍ਹ ਦਿੱਤੇ ਉਹਨੇ। ਅਨਹਦ ਬਾਜੇ, ਮੈਨੂੰ ਬਾਜੇ, ਆਨੰਦ ਦੇ ਬਾਜੇ ਆਉਣ ਲੱਗੇ। ਹੁਣ ਮਨ ਦੇ ਜਿਹੜੇ ਪਹਿਲੂ ਹਨ ਉਹਨਾਂ ਵਿੱਚ ਇਹ ਐਕਸਪੀਰੀਅੰਸ ਹੈ ਮਨ ਦਾ, ਅਤੇ ਮਨ ਦੇ ਅੰਦਰ ਫਿਰ ਛਿਪਿਆ ਕੀ ਹੈ। ਬਾਣੀ ਕਹਿੰਦੀ ਹੈ ਇਹ ਮਨ ਲੈ ਜਿਉ ਉਨ ਮਨ ਰਹੇ। ਜਦੋਂ ਇਹ ਮਨ ਲੈ ਹੋ ਗਿਆ, ਇਹ ਸਬਮਿਟ ਹੋ ਗਿਆ, ਇਹ ਡਿਸਕਾਰਡ ਹੋ ਗਿਆ। ਇਸ ਮਨ ਨੂੰ, ਜਿਸ ਮਨ ਨੂੰ ਅਸੀਂ ਜਾਣਦੇ ਹਾਂ, ਜਿਸ ਮਨ ਨੂੰ ਅਸੀਂ ਜੀਂਦੇ ਹਾਂ, ਉਸ ਮਨ ਤੋਂ ਮੈਂ ਡਿਟੈਚ ਹੋ ਗਿਆ, ਉਨ ਮਨ ਰਹੇ। ਜਿਵੇਂ ਸਮਝੋ ਕਿ ਲੱਕੜੀ ਔਰ ਲੋਹਾ ਦੋ ਚੀਜ਼ਾਂ ਨੇ। ਅੱਗ ਦੇ ਵਿੱਚ ਲੱਕੜੀ ਜਲ ਗਈ ਅਤੇ ਲੋਹਾ ਰਹਿ ਗਿਆ। ਲੱਕੜੀ ਉਹ ਪਾਰਟ ਆਫ ਮਾਈਂਡ ਹੈ ਜਿਹੜਾ ਅਸੀਂ ਜਾਣਦੇ ਹਾਂ, ਨੋਨ ਮਾਈਂਡ ਹੈ, ਚੇਂਜਿੰਗ ਮਾਈਂਡ ਹੈ। ਔਰ ਲੋਹਾ ਉਹ ਹੈ ਜੋ ਕਦੇ ਨਹੀਂ ਬਦਲਦਾ, ਉਨ ਮਨ ਕਿਹਾ ਬਾਣੀ ਨੇ ਉਸਨੂੰ। ਔਰ ਕੌਨਸੀਕੁਐਂਟਲੀ ਉਨ ਮਨੀ ਸ਼ਬਦ ਵੀ ਯੋਗਮਤ ਤੋਂ ਆ ਰਿਹਾ ਹੈ। ਪਰ ਉਨ ਮਨ ਨੂੰ ਜਦੋਂ ਅਸੀਂ ਲਿਟਰਲ ਡੈਫੀਨੇਸ਼ਨ ਵਿੱਚ ਰੱਖਦੇ ਹਾਂ ਤਾਂ ਉੱਥੇ ਮਤਲਬ ਹੈ ਨੋ ਮਾਈਂਡ, ਉਨਮੁਕਤ ਇੱਕ ਸ਼ਬਦ ਬਣਦਾ। ਤੋ ਤੀਨ ਲੋਕ ਕੀ ਬਾतें ਕਹੇ। ਜਦੋਂ ਮੇਰੇ ਮਨ ਦੇ ਵਿੱਚ ਇਹ ਮਨ ਤਿਆਗਿਆ ਜਾਏਗਾ, ਉਨ ਮਨ ਰਹਿ ਜਾਏਗਾ, ਤਾਂ ਮੈਨੂੰ ਸਮਝ ਆਏਗੀ ਕਿ ਤਿੰਨ ਲੋਕ ਕੀ ਨੇ, ਇਹਦੇ ਪਿੱਛੇ ਕੌਣ ਰਹਿੰਦਾ ਹੈ, ਤ੍ਰਿਭੁਵਨ ਦੇ ਪਿੱਛੇ ਕੌਣ ਸਮਾਇਆ ਹੋਇਆ ਹੈ। ਕਿਉਂਕਿ ਮੇਰਾ ਮਾਈਂਡ, ਮੇਰੀ ਜੀਵਨ ਟ੍ਰਾਂਜ਼ਿਟਰੀ ਮਾਈਂਡ ਦੇ ਵਿੱਚ ਹੀ ਚੱਲਦਾ ਪਿਆ। ਹੁਣ ਇਸ ਨੂੰ ਸਮਝੀਏ। ਇੱਕ ਐਗਜ਼ਾਮਪਲ ਮੈਂ ਫਿਜ਼ਿਕਸ ਤੋਂ ਤੁਹਾਨੂੰ ਦੇਣਾ। ਜੇ ਮੂਵਿੰਗ ਬੱਸ ਵਿੱਚ ਤੁਸੀਂ ਬੈਠੇ ਹੋ, ਯੂ ਕੈਨੋਟ ਮੇਕ ਆਊਟ what is stationary and not outside because everything is moving. ਜਦੋਂ ਇੱਕ ਚਲਦੇ ਵਾਹਨ ਵਿੱਚ ਮੈਂ ਬੈਠਾ ਹਾਂ, ਆਲੇ ਦੁਆਲੇ ਸਭ ਕੁਝ ਹਿਲ ਰਿਹਾ ਕਿਉਂਕਿ ਮੈਂ ਚੱਲਦਾ ਪਿਆ।
ਤੇ ਜਦੋਂ ਮੈਂ ਉਸ ਮਨ ਦੀ ਅਵਸਥਾ ਵਿੱਚ ਹਾਂ ਜਿਹੜਾ ਸਦਾ ਚੱਲ ਰਿਹਾ ਹੈ, ਤਾਂ ਮੈਂ ਉਹ ਨਹੀਂ ਦੇਖ ਪਾਉਂਦਾ ਜੋ ਥਿਰ ਹੈ ਜੀਵਨ ਵਿੱਚ। ਇੱਕ ਸਮਝਣ ਦਾ ਤਰੀਕਾ ਹੈ, ਜਸਟ ਟ੍ਰਾਈਂਗ ਟੂ ਐਕਸਪਲੇਨ। ਆਪ ਸਮਝ ਰਹੇ ਹੋ? ਜੋ ਥਿਰ ਹੈ ਬਾਹਰ ਬੱਸ ਦੇ, what is stable outside the moving vehicle is not known to me because I am moving. Similarly, when I am in the sphere of my mind, which is constantly changing, I am not able to see and perceive that which is constantly unchanging, that which is constantly the same. Because I am not in that form, I am not in that phase of the mind. तात महाराज बाणी कहती है, तो तीन लोग के बातें कहे। ਇਹ ਜਿਹੜੀ ਗੱਲ ਹੈ, ਇਸ ਨੂੰ ਅਸੀਂ ਸਮਝੀਏ ਕਿ ਜੀਵਨ ਦਾ ਐਕਸਪੀਰੀਅੰਸ ਜਿਹੜਾ ਹੈ ਉਹ ਮਨ ਦੀ ਤਹਿ ਤੋਂ ਖੁੱਲੇਗਾ। ਗੁਰੂ ਸਾਹਿਬ ਨੂੰ ਇਹ ਪ੍ਰਸ਼ਨ ਪੁੱਛਿਆ ਜਾ ਰਿਹਾ ਹੈ, ਔਰ ਗੁਰੂ ਮਹਾਰਾਜ ਹੁਣ ਇਨ ਲਾਈਟ ਆਫ ਦਿਸ ਮਨ ਦੇ ਜਿਹੜਾ ਨੇਚਰ ਹੈ, ਮੈਂ ਆਪ ਨੂੰ ਰਿਕੁਐਸਟ ਕਰਾਂਗਾ, ਯੂ ਕੀਪ ਦਿਸ ਵਿਦ ਯੂ ਵੈਨ ਯੂ ਟਰੈਵਲ ਟੂਵਰਡਸ ਦੀ ਆਨਸਰ ਵਿਚ ਗੁਰੂ ਨਾਨਕ ਇਜ਼ ਗਿਵਿੰਗ। ਕਿਉਂਕਿ ਇਹ ਜਿਹੜੇ ਪ੍ਰਸ਼ਨ ਹਨ, ਇਹ ਸਾਰੇ ਉਸ ਪਾਸੇ ਨੂੰ ਹੀ ਰਿਵੀਲ ਕਰ ਰਹੇ ਹਨ। ਗੁਰੂ ਨਾਨਕ ਸਾਹਿਬ ਪਾਤਸ਼ਾਹ ਇਹਦਾ ਜਵਾਬ ਦਿੰਦੇ ਹੈ ਬਾਣੀ ਦਾ, ਘਟ ਘਟ ਗੁਪਤਾ, ਮੇਰੇ ਮਨ ਦੇ ਅੰਦਰ ਉਹ ਗੁਪਤ ਛਿਪਿਆ ਹੈ। ਗੁਰਮੁਖ ਮੁਕਤਾ, ਗੁਰਮੁਖ ਮੁਕਤ ਹੈ। ਹੁਣ ਇਹ ਸ਼ਬਦ ਹੈ ਗੁਰਮੁਖ, ਇਹਨੂੰ ਅਸੀਂ ਇਸੇ ਤਰ੍ਹਾਂ ਪੜ੍ਹ ਲਈਏ, ਪਰ ਇਹ ਗੁਰਮੁਖ ਤਾਂ ਜੀਵਨ ਦੀ ਕਹਾਣੀ ਹੈ। ਗੁਰਮੁਖ ਤਾਂ ਜੀਵਨ ਦਾ ਜੀਣ ਦਾ ਐਟੀਟਿਊਡ ਹੈ। ਗੁਰਮੁਖ ਤਾਂ ਇੱਕ ਐਕਸਪੀਰੀਅੰਸ ਹੈ ਜਿਹੜਾ ਇੰਟੈਂਸਿਟੀ ਨਾਲ ਰਿਵੀਲ ਕਰਦਾ ਹੈ ਕਿ ਰਿਐਲਿਟੀ ਆਫ ਲਾਈਫ ਕੀ ਹੈ। ਇਸ ਕਰਕੇ ਗੁਰਮੁਖ ਸ਼ਬਦ ਨੂੰ ਰੁਕ ਜਾਣਾ ਚਾਹੀਦਾ ਹੈ। ਲਿਟਰਲ ਟਰਾਂਸਲੇਸ਼ਨ ਗੁਰਮੁਖ ਸ਼ਬਦ ਦੀ ਬਣਦੀ ਹੈ, ਜਿਹਦਾ ਗੁਰੂ ਵੱਲ ਮੁਖ ਹੋਏ। ਇਹ ਦੋ ਪੱਖ ਨੇ, ਗੁਰੂ ਮੁਖ ਔਰ ਮਨ ਮੁਖ। ਹੁਣ ਇਹਨੂੰ ਮੈਂ ਮਨ ਦੀ ਲੈਵਲ 'ਤੇ ਹੀ ਡਿਵਾਈਡ ਕਰਦਾ ਹਾਂ, ਜਿਸ ਮਨ ਨਾਲ ਅਸੀਂ ਹੁਣੇ ਗੱਲ ਕੀਤੀ, ਇਹ ਮਨ ਔਰ ਉਨ ਮਨ। ਮੈਂ ਹਮੇਸ਼ਾ ਹੀ ਇਹ ਮਨ ਦੇ ਵਿੱਚ ਜੀਂਦਾ ਹਾਂ। ਮੈਂ ਗੁਰਮੁਖ ਜੀਵਨ ਨਹੀਂ ਜਾਣਦਾ ਜਦ ਤੱਕ ਮੈਂ ਉਨ ਮਨ ਦੇ ਵਿੱਚ ਨਹੀਂ ਉਤਰ ਪਾਉਂਦਾ। ਔਰ ਉਹ ਕਿਵੇਂ ਉਤਰ ਸਕਦਾ ਹਾਂ? ਬਾਣੀ ਦੇ ਜ਼ਰੀਏ, ਸ਼ਬਦ ਦੇ ਜ਼ਰੀਏ। ਸ਼ਬਦ ਦੇ ਜ਼ਰੀਏ ਮੈਂ ਉਸ ਮਨ ਦੀ ਐਕਸਪੀਰੀਅੰਸ ਨੂੰ ਰਿਲੇਟ ਕਰਦਾ ਹਾਂ, ਜਿਹੜਾ ਕੌਨਸਟੈਂਟ ਹੈ, ਕਦੇ ਚੇਂਜ ਨਹੀਂ ਹੁੰਦਾ, ਔਰ ਉਹ ਫ੍ਰੀ ਹੈ। ਉਹਦੇ 'ਚ ਕੋਈ ਬਾਈਂਡਿੰਗ ਨਹੀਂ ਹੈ, ਕੋਈ ਕੰਸਟ੍ਰੇਂਟਸ ਨਹੀਂ ਹਨ। ਸਟੇਟ ਆਫ ਮਾਈਂਡ ਹੈ। ਬੋਡੀ ਦੇ ਵਿੱਚ ਤੇ ਕੰਸਟ੍ਰੇਂਟਸ ਹਨ, ਬੋਡੀ ਦੇ ਵਿੱਚ ਤੇ ਬਾਈਂਡਿੰਗ ਹੈ, ਪਰ ਮਨ ਦੀ ਲੈਵਲ 'ਤੇ ਉੱਤੇ ਨਹੀਂ ਹੈ। ਗੁਰੂ ਨਾਨਕ ਸਾਹਿਬ ਜਦੋਂ ਇਹ ਐਕਸਪਲੇਨ ਕਰਦੇ ਹਨ ਯੋਗੀਆਂ ਨੂੰ, ਤਾਂ ਯੋਗੀ ਇਸ ਚੀਜ਼ ਨੂੰ ਪੁੱਛ ਰਹੇ ਹਨ ਕਿ ਕਿਹੜੀ ਚੀਜ਼ ਛਿਪੀ ਹੋਈ ਹੈ। ਗੁਰੂ ਮਹਾਰਾਜ ਕਹਿ ਰਹੇ ਹੈ ਕਿ ਉਹ ਹਰ ਮਨ ਦੇ ਵਿੱਚ ਗੁਪਤ ਬੈਠਾ ਹੈ, ਨਿਰੰਕਾਰ। ਔਰ ਉਸ ਐਕਸਪੀਰੀਅੰਸ ਉਹਦਾ ਰਿਵੀਲ ਹੁੰਦਾ ਹੈ ਗੁਰਮੁਖ ਨੂੰ, ਜਿਹੜਾ ਜੀਵਨ ਦਾ ਐਟੀਟਿਊਡ ਗੁਰਮੁਖ ਹੈ। ਸੋ ਆਈ ਵਿਲ ਕਮ ਬੈਕ ਟੂ ਗੁਰਮੁਖ ਐਂਡ ਵੀ ਵਿਲ ਸਪੈਂਡ ਸਮ ਟਾਈਮ ਔਨ ਦੈਟ। ਅੰਤਰ ਬਾਹਰ ਸ਼ਬਦ ਸੁਜੁਗਤਾ, ਜਿਹੜਾ ਸ਼ਬਦ ਨਾਲ ਜੁੜਦਾ ਹੈ। ਫਿਰ ਅਸੀਂ ਸ਼ਬਦ ਦੇ ਆਏ, ਜਿਹੜੇ ਕੱਲ੍ਹ ਵੀ ਅਸੀਂ ਸ਼ਬਦ ਦੀ ਵਿਚਾਰ ਕੀਤੀ ਹੈ। ਦਰਅਸਲ ਇਹ ਸ਼ਬਦ, ਇਹ 3-4 ਸ਼ਬਦ ਇਸ ਪੂਰੀ ਬਾਣੀ ਵਿੱਚ ਬਾਰ-ਬਾਰ ਸਾਨੂੰ ਦਰਸ਼ਨ ਦਿੰਦੇ ਰਹਿੰਦੇ ਹਨ। ਸ਼ਬਦ, ਗੁਰਮੁਖ, ਮਨਮੁਖ ਔਰ ਨਾਮ। ਇਹ ਸ਼ਬਦ ਜਿਹੜੇ ਨੇ ਗੁਰੂ ਸਾਹਿਬ ਦੇ ਸਮਝੀਏ ਕੋਡ ਵਰਡ ਹੈਗੇ ਟੂ ਐਕਸਪਲੇਨ ਨੇਚਰ ਆਫ ਲਾਈਫ। ਹੁਣ ਉਸ ਵੇਲੇ ਵਿੱਚ ਅਸੀਂ ਅਗਰ ਰਹਿੰਦੇ ਤਾਂ ਸ਼ਾਇਦ ਸਾਨੂੰ ਗੁਰਮੁਖ ਸ਼ਬਦ ਦੀ ਇੰਟੈਂਸਿਟੀ ਪਤਾ ਹੁੰਦੀ, ਸਾਨੂੰ ਉਹਦੀ ਡਿਸਕਸ਼ਨ ਕਰਨ ਦੀ ਲੋੜ ਨਹੀਂ ਹੁੰਦੀ। ਗੁਰਮੁਖ ਕਈ ਵਾਰ ਇੱਕ ਪਰਸਨੈਲਿਟੀ ਵੀ ਗਿਣੀ ਜਾ ਸਕਦੀ ਹੈ, ਪਰ ਗੁਰਮੁਖ ਇੱਕ ਐਟੀਟਿਊਡ ਆਫ ਲਾਈਫ ਸਮਝੀਏ ਤਾਂ ਦੈਟ ਮੇ ਬੀ ਬੈਟਰ। ਨਹੀਂ ਤਾਂ ਅਸੀਂ ਲੱਭਦੇ ਜਾਵਾਂਗੇ ਕੌਣ ਗੁਰਮੁਖ ਹੈ ਜੀਵਨ ਵਿੱਚ, ਔਰ ਇੱਥੇ ਧੋਖਾ ਖਾਵਾਂਗੇ। we better understand the approach of life of a Gurmukh. That's where we need to go. ਕਿਉਂਕਿ ਜਿਸ ਨੂੰ ਅਸੀਂ ਅੱਜ ਗੁਰਮੁਖ ਜਾਣਦੇ ਹਾਂ, ਉਹ ਸ਼ਾਇਦ ਘੰਟੇ ਬਾਅਦ ਨਾ ਗੁਰਮੁਖ ਹੋਏ, ਕੀ ਪਤਾ ਹੈ। ਮਨ ਦੀ ਐਟੀਟਿਊਡ ਹੀ ਤਾਂ ਹੈ, ਬਦਲੀ ਹੋ ਜਾਏਗਾ, ਸਾਨੂੰ ਕੀ ਪਤਾ ਲੱਗੇਗਾ। ਸਾਨੂੰ ਕੋਈ ਕੌਨਸਟੈਂਟ ਨਹੀਂ ਦਿਖਦਾ ਇੱਥੇ ਇਸ ਵੇਲੇ। ਤਾਂ ਗੁਰੂ ਸਾਹਿਬ ਦੀ ਇਸ ਗੱਲ ਨੂੰ ਸਮਝੀਏ ਕਿ ਅੰਤਰ ਬਾਹਰ ਸ਼ਬਦ ਸੁਜੁਗਤਾ,
ਜੋ ਅੰਤਰ ਔਰ ਬਾਹਰ ਜੁੜਿਆ ਹੈ ਸ਼ਬਦ ਨਾਲ, ਉਹ ਜੁੜਿਆ ਹੋਇਆ ਹੈ। ਹੁਣ ਇਹ ਕਿਵੇਂ ਜੁੜੇਗਾ? ਸ਼ਬਦ ਨਾਲ ਕੋਈ ਕਿਵੇਂ ਜੁੜੇਗਾ? ਸ਼ਬਦ ਨਾਲ ਤਾਂ ਉਹੀ ਜੁੜੇਗਾ ਜੋ ਮਨ ਇਕਾਗਰ ਹੋਏਗਾ, ਜਿਸ ਮਨ ਨੂੰ ਉਨ ਮਨ ਅਵਸਥਾ ਦੇ ਵੱਲ, ਨਾਮ ਵੱਲ, ਜਿਹੜਾ ਮਨ ਲੀਨ ਹੋ ਗਿਆ, ਜਿਹੜਾ ਪ੍ਰੇਮ ਨਾਲ ਜਿਸਨੇ ਬਾਣੀ ਨੂੰ ਗਾ ਲਿਆ ਔਰ ਸੁਣ ਲਿਆ, ਆਪਣੇ ਆਪ, ਆਪਣੇ ਅੰਤਰ ਵਾਸਤੇ, ਦੁਨੀਆ ਵਾਸਤੇ ਨਹੀਂ। ਅਸੀਂ ਕੀਰਤਨ ਕਰਦੇ ਹਾਂ, ਅਗਰ ਉਹ ਦੁਨੀਆ ਵਾਸਤੇ ਕਰਦੇ ਹਾਂ ਤਾਂ ਬਾਹਰਲਾ ਐਕਸਪੀਰੀਅੰਸ ਹੋ ਜਾਂਦਾ ਹੈ, ਪਰ ਅਸੀਂ ਅੰਤਰ ਆਪਣੇ ਮਨ ਵਾਸਤੇ ਕਰਦੇ ਹਾਂ ਤਾਂ ਅਸੀਂ ਉਹਦੇ 'ਚ ਲੀਨ ਹੋ ਜਾਂਦੇ ਹਾਂ, ਆਪਣੇ ਆਪ ਨੂੰ ਭੁੱਲ ਜਾਂਦੇ ਹਾਂ, ਤਾਂ ਉਹ ਹੰਕਾਰ ਤੋਂ ਪਰੇ ਨਾਮ ਵਿੱਚ ਲੀਨ ਹੋ ਗਿਆ। ਦੁਨੀਆ ਦੇ ਵਿੱਚ ਕੁਝ ਐਟੀਟਿਊਡਸ ਨੇ ਜਿਹੜੇ ਸਕਸੈਸ ਸਟੋਰੀਜ਼ ਨੇ, ਕੁਝ ਐਟੀਟਿਊਡਸ ਨੇ ਜਿਹੜੇ ਡਿਫੀਟਿਸਟ ਐਟੀਟਿਊਡਸ ਨੇ, ਔਰ ਉਹ ਸਪਿਰਿਚੁਅਲ ਲੈਵਲ ਤੇ ਹਨ, ਨਾਟ ਫਿਜ਼ੀਕਲ ਲੈਵਲ। ਫਿਜ਼ੀਕਲ ਲੈਵਲ ਤੇ ਕੋਈ ਅੱਜ ਬਹੁਤ ਵੱਡਾ ਰਾਜਾ ਹੈ, ਬਹੁਤ ਵੱਡੀ ਉਹਦੇ ਕੋਲ ਜਾਇਦਾਦ ਹੈ, ਪਰ ਉਹ ਕੱਲ ਹੈ ਹੀ ਨਹੀਂ, ਤਾਂ ਸਮੇਂ ਦੇ ਅੰਦਰ ਹੈ। ਤਾਂ ਇਹਨੂੰ ਦੋ ਸੱਤ ਕਹਾਂਗੇ, ਟਰੁੱਥ ਵਿਦਨ ਟਾਈਮ ਐਂਡ ਟਰੁੱਥ ਬਿਯੋਂਡ ਟਾਈਮ। ਇੱਕ ਨੂੰ ਕਹਾਂਗੇ ਸੀਮਿਤ ਸੱਤ, ਲਿਮਿਟਿਡ ਟਰੁੱਥ, ਔਰ ਇੱਕ ਨੂੰ ਅਸੀਮ ਟਰੁੱਥ ਕਹਿ ਦੇਂਗੇ। ਅ ਟਰੁੱਥ ਵਿਦਨ ਟਾਈਮ ਐਂਡ ਟਰੁੱਥ ਬਿਯੋਂਡ ਟਾਈਮ। ਸੋ ਸਕਸੈਸ ਜਿਹੜਾ ਹੈ, ਸਮੇਂ ਦੇ ਅੰਦਰ ਵੀ ਸਕਸੈਸ ਹੈ, ਜਿਸ ਨੂੰ ਦੁਨੀਆ ਕਹਿੰਦੀ ਹੈ ਕਿ ਜਿਹਦੇ ਕੋਲ ਪਾਵਰ ਔਰ ਪੈਸਾ ਮਿਲ ਗਿਆ ਉਹ ਜ਼ਿਆਦਾ ਸਕਸੈਸਫੁਲ ਹੈ। ਦੈਟ ਇਜ਼ ਵਨ ਵੇ ਆਫ ਲੁਕਿੰਗ ਐਟ ਲਾਈਫ, ਮੇ ਬੀ ਰੋਂਗ, ਰਾਈਟ, ਵਟ ਐਵਰ, ਆਈ ਐਮ ਨਾਟ ਜੱਜਿੰਗ, ਬਟ ਅੱਜ ਕੱਲ੍ਹ ਦੀ ਦੁਨੀਆ ਵਿੱਚ ਐਸੇ ਚੀਜ਼ ਨੂੰ ਮਾਨਤਾ ਮਿਲਦੀ ਹੈ। ਪਰ ਗੁਰੂ ਸਾਹਿਬ ਇਸ ਨੂੰ ਇਸ ਤਰ੍ਹਾਂ ਐਕਸਪਲੇਨ ਕਰਦੇ ਹੈ ਕਿ ਇਹ ਸੱਚੇ ਰਾਜੇ ਨਹੀਂ ਹਨ, ਇਹਨਾਂ ਕੋਲ ਰਾਜ ਨਹੀਂ ਹੈ ਸੱਤ ਦਾ, ਇਹ 4 ਦਿਨ ਦੇ ਰਾਜੇ ਹਨ, 4ਥੇ ਦਿਨ ਬਾਅਦ ਇਹਨਾਂ ਦਾ ਰਾਜ ਨਹੀਂ ਰਹਿਣਾ। ਇਹ ਭੂਪਤ ਸਭ ਦਿਵਸ 4 ਕੇ, ਕੋਉ ਹਰ ਸਮਾਨ ਨਹੀਂ ਰਾਜਾ। ਤਾਂ ਰਾਜ ਉਹਦੇ ਕੋਲ ਹੈ ਜਿਹਦੇ ਕੋਲ ਸਦਾ ਹੈ। ਸੋ ਹੁਣ ਅਸੀਂ ਗੁਰਮਤ ਵਿੱਚ ਸਕਸੈਸ ਅਸੀਂ ਡਿਫਾਈਨ ਕਰਾਂਗੇ ਤਾਂ ਉਸ ਨੂੰ ਅਸੀਂ ਸਦਾ ਲਈ ਡਿਫਾਈਨ ਕਰਨ ਵਾਲੇ ਸੱਤ ਨੂੰ ਲੈ ਕੇ ਚੱਲਾਂਗੇ, ਜਿਹੜਾ ਸਦਾ ਹੈ। ਤਾਂ ਇੱਥੇ ਸ਼ਬਦ ਨਾਲ ਜੁੜਨ ਨਾਲ ਗੁਰੂ ਮਹਾਰਾਜ ਸਾਨੂੰ ਦੱਸ ਰਹੇ ਹਨ ਕਿ ਉਹ ਜੁਗਤਾ, ਉਹ ਜੁੜ ਗਿਆ ਜਿਹੜਾ ਅੰਤਰ ਬਾਹਰ ਸ਼ਬਦ ਸੁਜੁਗਤਾ, ਜਿਹੜਾ ਅੰਤਰ ਬਾਹਰ ਜੁੜਿਆ ਹੋਇਆ, ਜਿਹੜਾ ਸ਼ਬਦ ਨਾਲ ਜੁੜ ਗਿਆ, ਜਿਸ ਨੂੰ ਗੁਰੂ ਮਹਾਰਾਜ ਨਿਰੰਤਰ ਮੁਦਰਾ ਕਹਿ ਰਹੇ ਹਨ। ਕਿਤਨਾ ਇੰਟੈਂਸ ਵਰਡ ਹੈ, ਨਿਰੰਤਰ ਮੁਦਰਾ। ਇੱਕ ਆਸਨ ਲਗਾਉਂਦਾ ਯੋਗੀ 2 ਘੰਟੇ ਲਈ, 4 ਘੰਟੇ ਲਈ, 2 ਸਾਲ ਲਈ, 4 ਸਾਲ ਲਈ, 10 ਸਾਲ ਲਈ, ਪਰ ਜਿਹੜਾ ਸਿੱਖ ਦਾ ਆਸਨ ਹੈ ਉਹ ਸਦਾ ਲਈ ਹੈ, ਨਿਰੰਤਰ ਹੈ, ਉਹਦੇ 'ਚ ਸਮਾਂ ਵੀ ਵਿਘਨ ਨਹੀਂ ਹੈ, ਕਿਉਂਕਿ ਸ਼ਬਦ ਜਿਹੜਾ ਹੈ ਉਹ ਸਮੇਂ ਦੇ ਅੰਤਰ ਉਹਦੇ ਵਿੱਚ ਪ੍ਰਵੇਸ਼ ਹੋ ਰਿਹਾ ਮੈਂ, ਪਰ ਸ਼ਬਦ ਸਮੇਂ ਤੋਂ ਪਰੇ ਹੈ। ਆਈਏ ਅੱਗੇ ਦੀ ਗੱਲ ਸਾਹਿਬ ਦੱਸਦੇ ਹਨ। ਮਨਮੁਖ ਬਿਨਸੇ ਆਵੇ ਜਾਏ, ਕਿਉਂਕਿ ਇਹਨਾਂ ਨੇ ਪ੍ਰਸ਼ਨ ਪੁੱਛਿਆ ਕਵਣ ਸੋ ਆਵੇ ਕਵਣ ਸੋ ਜਾਏ, ਚੇਂਜ ਕਿਹਦੇ ਕੋਲ ਹੈ, ਆ ਔਰ ਜਾ ਕੌਣ ਰਿਹਾ। ਇੱਕ ਬੜੀ ਬੁਨਿਆਦੀ ਗੱਲ ਹੈ, ਮੈਂ ਜਿੱਥੇ ਹਾਂ ਉੱਥੋਂ ਮੈਂ ਆ ਜਾ ਨਹੀਂ ਸਕਦਾ। ਮੈਂ ਕਹਾਂ ਜੇ ਆਪ ਮੈਨੂੰ ਬੈਠਾ ਪਾਓਗੇ ਕਿਧਰੇ, ਉਹ ਮੈਨੂੰ ਪੁੱਛੇਗੀ ਜੀ ਤੁਸੀਂ ਕਿਧਰੇ ਜਾ ਰਹੇ ਹੋ, ਤੇ ਮੈਂ ਕਹਾਂਗਾ ਹਾਂ, ਤੇ ਤੁਸੀਂ ਮੈਨੂੰ ਅੱਧੇ ਘੰਟੇ ਬਾਅਦ ਉੱਥੇ ਹੀ ਬੈਠਾ ਪਾਓਗੇ ਤਾਂ ਤੁਸੀਂ ਕਹੋਗੇ ਤੁਸੀਂ ਗਏ ਨਹੀਂ। ਜਦ ਮੈਂ ਉੱਥੇ ਹੀ ਹਾਂ ਜਿੱਥੇ ਬੈਠਾ ਸੀ ਤਾਂ ਮੈਂ ਕਿਧਰੇ ਗਿਆ ਨਹੀਂ। ਜੇ ਮੈਂ ਹਰ ਜਗ੍ਹਾ ਹਾਂ, ਫॉर एग्जाम्पल, that energy which is present everywhere, it doesn't need to travel, and it is present everywhere in the same intensity। ਇਹ ਸਮਝਣਾ ਹੈ, ਕਿਉਂਕਿ ਹਵਾ ਜਿਹੜੀ ਹੈ ਇਹਦੀ ਇੰਟੈਂਸਿਟੀ ਬਦਲਦੀ ਹੈ, ਉਸੇ ਕਰਕੇ ਹਵਾ ਚੱਲਦੀ ਹੈ। ਲਾਈਟ ਪ੍ਰੈਸ਼ਰ ਔਰ ਹਾਈ ਪ੍ਰੈਸ਼ਰ ਦੇ ਵਿੱਚ ਹੀ ਤਾਂ ਹਵਾ ਚੱਲਦੀ ਹੈ। where there is more heat, the air is thinner, it goes higher, it creates a suction and air travels faster to that direction। ਇਸ ਕਰਕੇ ਮੂਵਮੈਂਟ ਹੈ, ਚੇਂਜ ਆਫ ਪ੍ਰੈਸ਼ਰ, ਚੇਂਜ ਆਫ ਪ੍ਰੈਜ਼ੈਂਸ। ਪਰ ਜਦੋਂ ਇੱਕ ਚੀਜ਼ ਹਰ ਜਗ੍ਹਾ ਤੇ ਉਸੇ ਇੰਟੈਂਸਿਟੀ ਨਾਲ ਹਾਜ਼ਰ ਹੈ ਤਾਂ ਉਹਦੀ ਆਉਣ ਜਾਣ ਦੀ ਕੋਈ ਲੋੜ ਨਹੀਂ ਹੈ, ਫਿਰ ਉਹ ਤਾਂ ਹਰ ਜਗ੍ਹਾ ਉਸੇ ਇੰਟੈਂਸਿਟੀ ਵਿੱਚ ਹਾਜ਼ਰ ਹੈ। ਜੋਗੀਆਂ ਨੇ ਪੁੱਛਿਆ ਹੈ
ਕਿ ਕਵਣ ਸੁ ਆਵੇ ਕਵਣ ਸੁ ਜਾਏ। ਇਹ ਮੂਵਮੈਂਟ ਜਿਹੜੀ ਆਉਣ ਜਾਣ ਦੀ ਹੈ, ਕੌਣ ਕਰਦਾ ਹੈ, ਕੌਣ ਹੈਗਾ ਹੈ? ਗੁਰੂ ਮਹਾਰਾਜ ਕਹਿ ਰਹੇ ਕਿ ਜਿਹੜਾ ਮਨਮੁਖ ਹੈ, ਜਿਹੜਾ ਉਸ ਮਨ ਦੇ ਵਿੱਚ ਵਿਚਰਦਾ ਹੈ, ਜਿਹੜਾ ਮਨ ਸਦਾ ਲਈ ਨਹੀਂ ਹੈ, ਸਿਰਫ ਆਈਡੈਂਟੀਟੀ ਨਾਲ ਰਿਲੇਸ਼ਨ ਰੱਖਦਾ ਹੈ। ਜਿਵੇਂ ਰਾਜਵੀਰ ਸਿੰਘ ਹੈ, ਉਹਦੀ ਇੱਕ ਆਈਡੈਂਟੀਟੀ ਹੈ, ਉਸ ਆਈਡੈਂਟਿਟੀ ਨਾਲ ਕਈ ਫੈਕਟਰਸ ਰਿਲੇਟਡ ਨੇ, ਨੇਚਰ ਆਫ ਟਾਕ, ਬੀਇੰਗ, ਵੇਅਰ ਦੇ ਸਟੇ, ਵਾਟ ਐਵਰੀਥਿੰਗ, ਸਾਰੀ ਚੀਜ਼ਾਂ ਜੋੜ ਲਈਏ, ਪਰ ਉਹ ਕੁਛ ਵੀ ਕਾਂਸਟੈਂਟ ਨਹੀਂ ਹੈ, ਉਹ ਸਦਾ ਚੇਂਜਿੰਗ ਹੈ। ਪਰ ਉਹਦੇ ਵਿੱਚ ਅਗਰ ਸਾਰਾ ਕੁਝ ਮੈਂ ਬਦਲ ਦਿਆਂਗਾ ਤਾਂ ਤੁਸੀਂ ਕਹੋਗੇ ਇਹ ਤੇ ਬੰਦਾ ਬਦਲ ਗਿਆ। ਜੇ ਮੈਂ ਉਹਦਾ ਸਰੀਰ ਵੀ ਬਦਲ ਦਿਆਂ, ਡੀਲ ਡੋਲ ਵੀ ਬਦਲ ਦਿਆਂ, ਬੋਲਣ ਦਾ ਤਰੀਕਾ ਵੀ ਬਦਲ ਦਿਆਂ, ਨੌਲੇਜ ਵੀ ਬਦਲ ਦਿਆਂ, ਕਿੱਥੇ ਰਹਿੰਦਾ ਬਦਲ ਦਿਆਂ, ਸਭ ਕੁਝ ਬਦਲ ਦਿਆਂ, ਤਾਂ ਉਹਦੀ ਆਈਡੈਂਟਿਟੀ ਬਦਲੀ ਹੋ ਗਈ। ਅਮਰੀਕਾ ਵਰਗੇ ਸ਼ਹਿਰਾਂ ਵਿੱਚ ਦੇ ਵਿਟਨੈਸਿਸ ਨੂੰ ਕਈ ਵਾਰ ਉਹ ਪ੍ਰੋਟੈਕਟ ਕਰਨ ਵਾਸਤੇ ਇਹੋ ਜਿਹੇ ਪ੍ਰੋਗਰਾਮਸ ਕਰਦੇ ਨੇ ਜਿੱਥੇ ਦੇ ਚੇਂਜ ਦੀ ਆਈਡੈਂਟਿਟੀ ਆਫ ਦ ਪਰਸਨ, ਸੋ ਦੇ ਚੇਂਜ ਦ ਲੁੱਕ, ਦੇ ਚੇਂਜ ਵੇਅਰ ਦੇ ਸਟੇ, ਚੇਂਜ ਵਾਟ ਦੇ ਡੂ, ਸਭ ਕੁਝ ਬਦਲ ਦਿੰਦੇ ਆ। ਤਾਂ ਸਭ ਕੁਝ ਬਦਲ ਗਿਆ ਤਾਂ ਫਿਰ ਕੀ ਹੋਇਆ? ਫਿਰ ਕੁਝ ਹੋਰ, ਕੋਈ ਹੋਰ ਜਨਾ ਆ ਗਿਆ ਹੈ ਤੇ ਉਹ ਜਨਾ ਨਹੀਂ ਸੀ। ਜਸਟ ਲਾਈਕ ਦੈਟ, ਮੈਂ ਜਦੋਂ ਇੱਕ ਜੀਵਨ ਵਿੱਚ ਇੱਕ ਆਈਡੈਂਟਿਟੀ ਜੀ ਰਹੇ ਹਾਂ, ਮੌਤ ਵਿੱਚ ਉਹ ਆਈਡੈਂਟਿਟੀ ਖਤਮ ਹੋ ਜਾਏਗੀ, ਕਿਉਂਕਿ ਜੋ ਕੁਝ ਮੇਰਾ ਉਸ ਆਈਡੈਂਟਿਟੀ ਨਾਲ ਰਿਲੇਸ਼ਨ ਰੱਖਦਾ ਹੈ ਉਹ ਮੌਤ ਖਤਮ ਕਰ ਦੇਗੀ। ਜਦੋਂ ਉਹ ਮੌਤ ਨੇ ਖਤਮ ਕਰ ਦਿੱਤੀ ਔਰ ਮੇਰੇ ਕੋਲ ਕੋਈ ਹੋਰ ਪਲੇਸ ਆਫ ਐਗਜ਼ਿਸਟੈਂਸ ਨਹੀਂ ਨੋਨ ਹੈ, ਤਾਂ ਮੈਂ ਵੀ ਖਤਮ ਹੋ ਗਿਆ। ਤਾਂ ਇਸ ਨੂੰ ਕਹਿੰਦੇ ਕਿ ਆਉਣ ਜਾਣ 'ਚ ਹੀ ਹੁਣ ਮੈਨੂੰ ਨਵੀਂ ਆਈਡੈਂਟਿਟੀ ਚਾਹੀਦੀ ਹੈ, ਫਿਰ ਮੂਵਮੈਂਟ ਚਾਹੀਦੀ ਹੈ। ਇਹਨੂੰ ਇਸ ਤਰ੍ਹਾਂ ਨਾਮ ਹੀ ਲਈਏ ਜਨਮ ਔਰ ਮਰਨ ਦੇ ਚੱਕਰ 'ਚ, ਇਹਨੂੰ ਵਿਦਨ ਲਾਈਫ ਲੈ ਲਈਏ ਤਾਂ ਚੇਂਜ, ਜਿਹੜਾ ਚੇਂਜਿੰਗ ਮਾਈਂਡ ਵਿੱਚ ਜੀਣਾ ਸਦਾ ਹੀ, ਇਹ ਦਿਖਾਉਂਦਾ ਹੈ ਕਿ ਮੈਂ ਹਮੇਸ਼ਾ ਬਦਲਦਾ ਜਾ ਰਿਹਾ ਔਰ ਉਸ ਕਰਕੇ ਮੈਂ ਬਿਨਸ ਵੀ ਜਾਵਾਂਗਾ। I will finish with time because everything I know and identify with is related to time. ਮਨਮੁਖ ਬਿਨਸੇ, ਬਿਨਸ ਜਾਂਦਾ ਹੈ, gets finished। ਜਦੋਂ ਮੇਰੇ ਕੋਲ ਉਹ ਆਈਡੈਂਟਿਟੀ ਹੈ ਜਿਹੜੀ ਸਮੇਂ ਦੇ ਅੰਦਰ ਹੈ ਤੇ ਸਮੇਂ ਦੇ ਨਾਲ ਉਹ ਆਈਡੈਂਟਿਟੀ ਖਤਮ ਹੋ ਜਾਏਗੀ, ਤਾਂ ਉਹ ਬਿਨਸ ਜਾਏਗਾ। ਤਾਂ ਉਹ ਮਨਮੁਖ ਦਾ ਜੀਵਨ ਹੈ, ਉਸ ਮਨ ਦੇ ਜੀਵਨ ਵਿੱਚ ਜੀਂਦਾ ਹੈ ਜਿਹੜਾ ਮਨ ਸਦਾ ਲਈ ਨਹੀਂ ਹੈ। ਤਾਂ ਜਦੋਂ ਮੌਤ ਆਈ ਜਾਂ ਸਮਾਂ ਵਿੱਚ ਸਾਰਾ ਕੁਝ ਚੇਂਜ ਹੋਇਆ ਤਾਂ ਉਹ ਮਨਮੁਖ ਦਾ ਬਿਨਸ ਗਿਆ, ਉਹ ਆਈਡੈਂਟਿਟੀ ਖਤਮ ਹੋ ਗਈ। ਹੁਣ ਇੱਕ ਨਵੀਂ ਆਈਡੈਂਟਿਟੀ ਆਏਗੀ, ਜਿਹੜਾ ਫਿਰ ਇੱਕ ਐਕਸਟਰਨਲ ਗਾਰਬ, ਫਿਰ ਉਹੀ ਮਨ, ਇਹ ਮਨ ਸ਼ਕਤੀ, ਇਹ ਮਨ ਸਿਓ, ਪੰਜ ਤੱਤ ਮਿਲ ਗਏ। ਫਿਰ ਮਨ ਨੇ ਇੱਕ ਹੋਰ ਐਕਸਪੀਰੀਅੰਸ ਸ਼ੁਰੂ ਕਰ ਦਿੱਤਾ ਜੀਵਨ ਨਾਲ। ਸੋ ਇਟਸ ਇਨ ਕੌਨਸਟੈਂਟ ਮੂਵਮੈਂਟ। ਮਨਮੁਖ ਤਾਂ ਮਹਾਰਾਜ ਕਹਿੰਦੇ ਨੇ ਆਵੇ ਜਾਏ, ਕਿਉਂਕਿ ਇਹ ਥਿਰ ਨਹੀਂ ਹੈ, ਇਹਨੂੰ ਸਟੈਬਿਲਿਟੀ ਨਹੀਂ ਪਤਾ ਕੀ ਹੈ। ਇਹ ਮਨ ਦੇ ਉਸ ਐਕਸਪੀਰੀਅੰਸ ਨੂੰ ਨਹੀਂ ਜਾਣਦਾ ਮਨਮੁਖ ਜਿਹਦੇ ਵਿੱਚ ਥਿਰਤਾ ਹੈ, ਸਟੈਬਿਲਿਟੀ ਹੈ ਜਾਂ ਸਦਾ ਹੈ। ਇਸ ਕਰਕੇ ਇਹ ਹਮੇਸ਼ਾ ਚੇਂਜ ਔਰ ਮੂਵਮੈਂਟ ਵਿੱਚ ਹੀ ਰਹੇਗਾ, ਇਸ ਤੋਂ ਬਿਯੋਂਡ ਨਹੀਂ ਜਾ ਸਕਦਾ। ਹੁਣ ਮੇਰੀ ਵੀ ਮਨ ਦੀ ਅਵਸਥਾ ਇਹੀ ਹੈ। I don't know any other identity beyond time, space and cause। ਤਾਂ ਹੀ ਸਾਹਿਬ ਸਾਨੂੰ ਪ੍ਰੇਰਦੇ ਨੇ, ਇਸ ਮਨ ਕੋ ਕੋਈ ਖੋਜੋ ਭਾਈ, go into your mind, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਇਸ ਮਨ ਕੋ ਕੋਈ ਖੋਜੋ ਭਾਈ, ਤਨ ਗਿਆ ਮਨ ਕਹਾਂ ਸਮਾਈ, ਤਨ ਛੁੱਟਿਓ ਮਨ ਕਹਾਂ ਸਮਾਈ। ਮਨ ਕਿੱਧਰ ਗਿਆ? ਕਿਉਂਕਿ ਮੇਰੀ ਐਗਜ਼ਿਸਟੈਂਸ ਤੇ ਮਨ ਦੇ ਨਾਲ ਹੀ ਹੈ, ਸਰੀਰ ਨਾਲ ਤੇ ਹੈ ਨਹੀਂ। ਮਨ ਦੇ ਵਿੱਚ ਸਰੀਰ ਹੈ। ਕੱਲ੍ਹ ਇੰਦਰਜੀਤ ਕਹਿ ਰਹੇ ਸੀ, ਇੱਕ ਸ਼ਬਦ ਮਿਲਿਆ ਜਿੱਥੇ ਉਹਨੇ ਕਿਹਾ ਕਿ ਸ਼ਬਦ ਦੇ ਅੰਦਰ ਬਾਣੀ ਕਹਿ ਰਹੀ ਹੈ ਕਿ ਮਨ ਹੈ। ਆਈ ਵੁੱਡ ਲਾਈਕ ਟੂ ਸੀ, ਕਿਉਂਕਿ ਮੈਨੂੰ ਲੱਗਦਾ ਇਹਦੇ ਆਪੋਜ਼ਿਟ ਟਰੂ ਹੈ। ਸਰੀਰ ਮਨ ਦੇ ਅੰਦਰ ਹੈ। ਵੈਸਟਰਨ ਵਰਲਡ 'ਚ ਉਹ ਲੋਕ ਔਰਾ ਕਹਿੰਦੇ ਨੇ, ਇਸ ਨੂੰ ਔਰਾ। ਉਹ ਕਹਿੰਦੇ ਬਿਯੋਂਡ ਦਾ ਬੋਡੀ ਇੱਕ ਔਰਾ ਦਿਖਦੀ ਹੈ। ਮਨ ਦੇ ਅੰਦਰ ਸਰੀਰ ਹੈ। ਮਨ ਇਜ਼ ਫਾਰ ਮੋਰ ਪਾਵਰਫੁਲ ਦੈਨ ਦਾ ਬੋਡੀ। ਤਾਂ ਮਹਾਰਾਜ ਦੀ ਜਿਹੜੀ ਇਹ ਗੱਲ ਹੈ ਕਿ ਮਨਮੁਖ ਬਿਨਸੇ ਆਵੇ ਜਾਏ, ਇਹ ਮਨਮੁਖ ਜਿਹੜਾ ਹੈ ਇਹ ਬਿਨਸ ਜਾਏਗਾ। ਭਾਵੇਂ ਕੋਈ ਵੀ ਹੈ ਜਿਸ ਨੂੰ ਗੁਰਮੁਖ ਐਕਸਪੀਰੀਅੰਸ ਨਹੀਂ ਹੈ ਜੀਵਨ ਵਿੱਚ,
ਮੈਂ ਹਾਂ, ਤੁਸੀਂ ਹੋ, ਕੋਈ ਹੋਰ ਹੈ, ਅਸੀਂ ਸਭ ਸਮੇਂ ਨਾਲ ਖਤਮ ਹੋ ਜਾਵਾਂਗੇ। ਸਾਡੇ ਨਵੀਂ ਆਈਡੈਂਟੀਟੀ ਫਿਰ ਚੱਲੇਗੀ, ਕਿਉਂਕਿ ਸਾਨੂੰ ਉਸ ਬਿਟਵੀਨ ਵਨ ਆਈਡੈਂਟੀਟੀ ਐਂਡ ਅਨਦਰ ਆਈਡੈਂਟੀਟੀ ਜਿਹੜਾ ਅੰਡਰਲਾਈਂਗ ਐਨਰਜੀ ਹੈ, ਉਹ ਐਕਸਪੀਰੀਅੰਸ ਸਾਡੇ ਕੋਲ ਹੈ ਨਹੀਂ। ਆਈਡੈਂਟੀਟੀ ਤੇ ਚੇਂਜ ਸਾਡੀ ਹੁੰਦੀ ਹੈ, ਉਹ ਸਾਨੂੰ ਦਿਖਦਾ ਹੈ, ਪਰ ਸਾਡੇ ਕੋਲ ਉਹ ਐਕਸਪੀਰੀਅੰਸ ਨਹੀਂ ਹੈ ਕਿ ਇਹ ਚੇਂਜ ਕੌਣ ਕਰ ਰਿਹਾ ਹੈ, ਕਿਸ ਉੱਤੇ ਚੇਂਜ ਹੋ ਰਿਹਾ ਹੈ। ਜਿਵੇਂ ਕੋਈ ਕਾਰ ਹੈ, ਉਸਦੇ ਰੰਗ ਚਿੱਟਾ ਹੈ, ਤਾਂ ਉਹਦਾ ਰੰਗ ਅਸੀਂ ਕਾਲਾ ਕਰਦੇ ਹਾਂ ਤਾਂ ਸਾਨੂੰ ਦਿਖਦਾ ਹਾਂ ਇਹਦਾ ਚਿੱਟਾ ਰੰਗ ਉਤਾਰ ਕੇ ਕਾਲਾ ਰੰਗ ਕੀਤਾ, ਕਾਰ ਉਹੀ ਹੈ, ਤਾਂ ਕਾਰ ਨੂੰ ਜਾਣਦਾ ਇਨਸਾਨ। ਇਸ ਤਰ੍ਹਾਂ ਸਾਡੇ ਮਨ ਦੀ ਤਹਿ ਵਿੱਚ ਇੱਕ ਮਨ ਦਾ ਐਕਸਪੀਰੀਅੰਸ ਹੈ ਜਿਹੜਾ ਸਦਾ ਲਈ ਹੈ, ਜਿਹਦੇ ਉੱਤੇ ਮਨ ਬਦਲਦਾ ਰਹਿੰਦਾ। ਦ ਚੇਂਜਿੰਗ ਮਾਈਂਡ ਇਜ਼ ਔਨ ਦਿਸ ਅਨਚੇਂਜਿੰਗ ਮਾਈਂਡ, ਜਿਹਨੂੰ ਮਹਾਰਾਜ ਕਹਿੰਦੇ ਨੇ ਘਟ ਘਟ ਗੁਪਤਾ, ਗੁਰਮੁਖ ਮੁਕਤਾ। ਤਾਂ ਇਹ ਦੋ ਅਪਰੋਚ ਆਫ ਮਾਈਂਡ ਨੇ, ਗੁਰਮੁਖ ਔਰ ਮਨਮੁਖ, ਜਿਨ੍ਹਾਂ ਦਾ ਰਿਲੇਸ਼ਨ ਚੇਂਜਿੰਗ ਮਾਈਂਡ ਐਂਡ ਅਨਚੇਂਜਿੰਗ ਮਾਈਂਡ ਨਾਲ ਹੈ। ਔਰ ਇਹਨਾਂ ਦੋਨਾਂ ਦੀ ਟ੍ਰਾਂਸੈਂਡੈਂਸ ਦੀ ਜਿਹੜੀ ਚਾਬੀ ਹੈ ਉਹ ਸ਼ਬਦ ਕੋਲ ਹੈ। ਮਨਮੁਖ ਹੁੰਦੇ ਹੋਏ ਮੈਂ ਗੁਰਮੁਖ ਕਿਵੇਂ ਬਣਾਂਗਾ? ਸ਼ਬਦ ਦੇ ਨਾਲ, ਜਿਸ ਨੂੰ ਗੁਰੂ ਸਾਹਿਬ ਕਹਿ ਰਹੇ ਹੈ ਅੰਤਰ ਬਾਹਰ ਸ਼ਬਦ ਸੁਜੁਗਤਾ, ਮੈਂ ਸ਼ਬਦ ਨਾਲ ਜੁੜਾਂਗਾ। ਸ਼ਬਦ ਦਾ ਐਕਸਪੀਰੀਅੰਸ ਮੇਰੇ ਲਾਈਫ ਵਿੱਚ ਕਿਤਨਾ ਹੈ, ਕਿਤਨਾ ਹੋਣਾ ਚਾਹੀਦਾ ਹੈ। ਕੇਵਲ ਪ੍ਰੇਮ ਨਾਲ ਇੱਕ ਵਾਰ ਸ਼ਬਦ ਨੂੰ ਮੈਂ ਗਾ ਲਿਆ ਤਾਂ ਮੇਰਾ ਮਨ ਜੁੜ ਸਕਦਾ ਹੈ ਔਰ ਹਮੇਸ਼ਾ ਲਈ ਜੁੜ ਜਾਏਗਾ। ਨਾਨਕ ਗੁਰਮੁਖ ਸਾਚ ਸਮਾਏ। ਗੁਰਮੁਖ ਕੌਣ ਹੈ? ਜਿਹੜਾ ਸੱਚ ਦੇ ਵਿੱਚ ਸਮਾਇਆ ਗਿਆ, ਜਿਸ ਨੂੰ ਸੱਚ ਮਤਲਬ ਜੋ ਕੌਨਸਟੈਂਟ ਹੈ, ਅਨਚੇਂਜਿੰਗ ਹੈ, ਫੋਰਐਵਰ ਹੈ, ਨਿਰਅੰਤਰ ਹੈ। ਸੱਚ ਦੇ ਹੋਰ ਵੀ ਕੁਆਲਿਟੀਜ਼ ਹਨ, ਉਹਨਾਂ 'ਚੋਂ ਇੱਕ ਕੁਆਲਿਟੀ ਜੋਤ ਦੀ ਵੀ ਹੈ। ਹਨੇਰੇ 'ਚੋਂ ਆਨੰਦ ਵਿੱਚ ਚਲਾ ਗਿਆ, ਉਹਦੇ ਵਿੱਚ ਸਮਾ ਗਿਆ। ਇਹ ਮਹਾਰਾਜ ਕਹਿ ਰਹੇ ਗੁਰਮੁਖ ਸਮਾ ਗਿਆ। ਹੁਣ ਆਪਣੀ ਆਈਡੈਂਟੀਟੀ ਗੇਰ ਕੇ ਪਰਸਨੈਲਿਟੀ ਚਲੀ ਗਈ ਮੌਤ ਨਾਲ, ਪਰ ਉਹ ਸਮਾ ਗਿਆ। ਜਿਉਂ ਜਲ ਮੇਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹ ਸਮਾ ਗਿਆ, ਕਿਉਂਕਿ ਉਸ ਕੋਲ ਉਹ ਪਰਮਾਨੈਂਟ ਐਕਸਪੀਰੀਅੰਸ ਹੈ ਪਰਮਾਨੈਂਸ ਦਾ, ਜਿਹੜਾ ਮੇਰੇ ਕੋਲ ਔਰ ਤੁਹਾਡੇ ਕੋਲ ਨਹੀਂ ਹੈ। ਕਿਉਂਕਿ ਉਸ ਕੋਲ ਉਹ ਰੈਵਲੇਸ਼ਨ ਹੈ, ਉਹ ਇੰਟਰਨਲ ਨੋਇੰਗ ਹੈ, ਇੱਕ ਸਪੇਸ ਆਫ ਮਾਈਂਡ ਦੀ, ਜਿਹੜਾ ਕਦੇ ਡਿਸਟਰੋਏ ਨਹੀਂ ਹੋਏਗਾ, ਜਿਹਦੇ ਉੱਤੇ ਪਰਸਨੈਲਿਟੀ ਬਦਲਦੀ ਜਾਏਗੀ, ਪਰ ਅੰਤਰ ਦਾ ਤੇ ਇੱਕੋ ਹੀ ਸਥਾਨ, ਸਟੇਬਿਲਿਟੀ ਰਹੇਗੀ। ਉਹ ਉਹਦੇ ਵਿੱਚ ਸਮਾ ਗਿਆ ਜਾ ਕੇ। ਫਿਰ ਉਹ ਹਰ ਜਗ੍ਹਾ ਹਾਜ਼ਰ ਹੈ। ਜਿਵੇਂ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਹਰ ਜਗ੍ਹਾ ਹਾਜ਼ਰ ਨੇ, ਕਿਵੇਂ ਉਹ ਸਮਾ ਗਏ ਹਨ ਇਸ ਕ੍ਰੀਏਸ਼ਨ ਦੇ ਅੰਦਰ। ਬਾਣੀ ਜਿਸ ਤਰ੍ਹਾਂ ਕਹਿੰਦੀ ਹੈ, ਇਸ ਜਗ ਮੇਂ ਗੁਰਮੁਖ ਨਿਰਮਲੇ, ਉਹਨਾਂ 'ਚ ਮਲ ਨਹੀਂ ਹੈ, ਮੈਲ ਨਹੀਂ ਹੈ। ਮੇਰੇ ਔਰ ਤੁਹਾਡੇ 'ਚ ਮੈਲ ਹੈ, ਮਨ ਦੁਵੈਤ ਵਿੱਚ ਡਿਵਾਈਡਡ ਹੈ। ਸਚ ਨਾਮ ਰਹੇ ਲਿਵ ਲਾਏ, ਉਹਨਾਂ ਦਾ ਨਾਮ ਨਾਲ ਵਾਹ ਪੈ ਗਿਆ। ਜਿਵੇਂ ਅੱਜ ਕੋਈ ਗੱਲ ਕਰਦਾ ਸੀ ਐਜੂਕੇਸ਼ਨ ਦੀ, ਵਾਟ ਇਜ਼ ਐਜੂਕੇਸ਼ਨ, ਉਹਨੇ ਕੁਝ ਲਿਖਿਆ ਸੀ ਐਜੂਕੇਸ਼ਨ, ਤਾਂ ਮਨ ਵਿੱਚ ਇੱਕ ਭਾਵ ਉੱਠਿਆ, ਸੈਂਸਿਟਿਵਿਟੀ ਟੂ ਪੇਨ, whether it is mine or others is education। ਅਗਰ ਮੈਨੂੰ ਦੂਸਰੇ ਦਾ ਦਰਦ ਆਪਣਾ ਲੱਗੇ, then I am educated। ਹਜ਼ਾਰਾਂ ਕਿਤਾਬਾਂ ਪੜ੍ਹੀਆਂ ਹੋਣ, ਮੈਨੂੰ ਦੂਸਰੇ ਦਾ ਦਰਦ ਹੀ ਨਾ ਦਰਦ ਲੱਗੇ, ਆਪਣਾ ਹੀ ਦਰਦ ਲੱਗੇ, ਤਾਂ ਮੈਂ ਜੀਵਨ ਹੋਰ ਤਰ੍ਹਾਂ ਜੀਵਾਂਗਾ। ਪ੍ਰੇਮ ਵਿੱਚ ਨਹੀਂ ਜੀ ਸਕਦਾ। ਜਦੋਂ ਦੂਸਰੇ ਦਾ ਦਰਦ ਔਰ ਆਪਣਾ ਦਰਦ, ਮੈਨੂੰ ਦਰਦ ਸੈਂਸਿਟਿਵ ਹੋ ਜਾਵਾਂ ਮੈਂ ਉਸ ਨੂੰ, ਤਾਂ ਮੈਂ ਪ੍ਰੇਮ ਦੇ ਵਿੱਚ ਜੀਵਾਂਗਾ। ਤੇ ਗੁਰੂ ਸਾਹਿਬ ਦਾ ਜੀਵਨ ਦੇਖੋ ਕਿਸ ਤਰ੍ਹਾਂ ਹੈ। ਤੀਰ ਮਾਰ ਰਹੇ ਹਨ ਤਾਂ ਵੀ ਉਹਦੇ ਵਿੱਚ ਸੋਨਾ ਡੁਬਾ ਕੇ ਦੇ ਰਹੇ ਹਨ, ਕਿਉਂਕਿ ਮਜਬੂਰੀ ਹੈ, ਜੰਗ ਲੜਨੀ ਪੈ ਰਹੀ ਹੈ। ਇਹ ਗੁਰਮੁਖ ਦੀ ਗੱਲ ਅਸੀਂ ਕਰਦੇ ਚੱਲਦੇ ਹਾਂ, ਕਿਉਂਕਿ ਸਾਹਿਬ ਨੇ ਗੁਰਮੁਖ ਸ਼ਬਦ ਬਾਰ-ਬਾਰ ਵਰਤਿਆ ਔਰ ਬਾਰ-ਬਾਰ ਵਰਤਦੇ ਰਹਿਣਗੇ, ਔਰ ਇਹ ਪੋਟੈਂਟ ਸ਼ਬਦ ਹੈ ਬਹੁਤ। ਗੁਰਮੁਖ ਇੱਕ ਐਟੀਟਿਊਡ ਆਫ ਲਾਈਫ ਹੈ। ਵਾਹ ਵਾਹੋ ਗੁਰਮੁਖ ਸਦਾ ਕਰੇ, ਮਨਮੁਖ ਮਹੇ ਬਿਖ ਖਾਏ। ਗੁਰਮੁਖ ਤਾਂ ਐਗਜ਼ੋਲਟਿਡ ਸਟੇਟ ਵਿੱਚ ਰਹਿੰਦਾ ਹੈ, ਇੱਕ ਸਤੋਰੀ ਵਿੱਚ ਰਹਿੰਦਾ ਹੈ, ਇੱਕ ਵਾਹ ਵਾਹ ਐਕਸਕਲੇਮੇਸ਼ਨ, ਇੱਕ ਬਿਊਟੀ
ਦੀ ਪ੍ਰੋਨੰਸੀਏਸ਼ਨ ਦੇ ਵਿੱਚ ਰਹਿੰਦਾ। ਮਨਮੁਖ ਜਿਹੜਾ ਹੈ ਉਹ ਵਿਖਿਆ ਖਾਂਦਾ ਹੈ, ਉਹ ਜ਼ਹਿਰ ਹੀ ਖਾਂਦਾ ਰਹਿੰਦਾ ਹੈ, ਉਹ ਮਰਦਾ ਹੈ। ਇਹ ਮਰਦਾ ਨਹੀਂ ਹੈ ਗੁਰਮੁਖ। ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰੇ ਲਿਵ ਲਾਏ। ਅੰਮ੍ਰਿਤ ਜੋ ਕਦੇ ਮਰਦਾ ਨਾ ਹੋ, ਆਨੰਦ। ਇੱਕ ਥਰੋਟ ਦੇ ਅੰਦਰ ਇੱਕ ਗਲੈਂਡ ਹੈ ਜਿਹੜਾ ਸਿਕਰੀਟ ਕਰਦਾ ਨਾਮ ਜੋ ਮੈਂ ਸੁਣਿਆ, ਨਾਮ ਅਭਿਆਸੀਆਂ ਦੇ ਵਿੱਚ ਉਹ ਸਿਕਰੀਸ਼ਨ ਕਰਦਾ ਹੈ, ਇੱਕ ਬੜੀ ਠੰਡਕ ਲਿਆਂਦਾ ਹੈ। ਉਹਦਾ ਵੀ ਰਿਲੇਸ਼ਨ ਕੁਝ ਇਸ ਅੰਮ੍ਰਿਤ ਸ਼ਬਦ ਨਾਲ ਲੱਗਦਾ। ਇੱਥੇ ਮਹਾਰਾਜ ਕਹਿੰਦੇ ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰੇ ਲਿਵ ਲਾਏ। ਉਹਦੀ ਤਾਂ ਲਿਵ ਲੱਗੀ ਹੈ, ਵਾਹ ਵਾਹ ਕਰੀ ਜਾਂਦਾ ਹੈ, ਆਨੰਦ ਵਿੱਚ ਹੈ, ਉਹ ਤਾਂ ਬਲਿਸ ਵਿੱਚ ਹੈ, ਸੁੱਖ ਵਿੱਚ ਹੈ। ਨਾਨਕ ਵਾਹ ਵਾਹ ਕਰੇ ਸੇ ਜਨ ਨਿਰਮਲੇ ਤ੍ਰਿਭੁਵਨ ਸੋਝੀ ਪਾਏ। ਉਹਨਾਂ ਨੇ ਸਾਰੀ ਸ੍ਰਿਸ਼ਟੀ ਦੀ ਸੋਝੀ ਪਾ ਲਈ ਹੈ ਕਿ ਇਹਦੇ ਪਿੱਛੇ ਕੌਣ ਹੈ, ਇਸ ਸਾਰੀ ਕ੍ਰੀਏਸ਼ਨ ਦੇ ਪਿੱਛੇ ਕੀ ਖੜਾ ਹੈ। ਉਸ ਨੂੰ ਜਾਣ ਲਿਆ ਉਹਨਾਂ ਨੇ, ਉਹ ਗੁਪਤਾ ਨੂੰ ਜਾਣ ਲਿਆ ਜਿਹੜਾ ਗੁਪਤ ਖੜਾ ਹੈ। ਜਿਹੜੀ ਹੈ ਚੇਂਜਿੰਗ ਵਰਲਡ, ਸੀਇੰਗ ਵਰਲਡ, ਹੀਅਰਿੰਗ ਵਰਲਡ। ਅਸੀਂ ਉਹ ਜ਼ੈਨ ਸਟੈਚੂ ਦੀ ਗੱਲ ਕੀਤੀ ਸੀ ਜਿਸ ਨੂੰ ਜਿਸ ਨੂੰ ਗਾਂਧੀ ਜੀ ਨੇ ਕਿਹਾ ਕਿ ਸੀ ਨੋ ਈਵਲ ਹੀਅਰ ਨੋ ਈਵਲ। ਦਰਅਸਲ ਉਹ ਸਟੈਚੂ ਹੈ ਜ਼ੈਨ ਸਟੈਚੂ, ਜਿਹੜੇ 3 ਬੰਦਰ ਹੁੰਦੇ ਹੈ। ਉਹਦਾ ਇਹ ਮਤਲਬ ਨਹੀਂ ਹੈ ਸੀ ਨੋ ਈਵਲ ਹੀਅਰ ਨੋ ਈਵਲ ਸਪੀਕ ਨੋ ਈਵਲ, ਇਹਦਾ ਇਹ ਮਤਲਬ ਨਹੀਂ ਹੈ। ਉਹਦਾ ਇਹ ਮਤਲਬ ਹੈ ਉਸ ਨੂੰ ਢੂੰਡੋ ਜਿਹੜਾ ਦੇਖਿਆ ਨਾ ਜਾ ਸਕੇ, ਸੁਣਿਆ ਨਾ ਜਾ ਸਕੇ, ਬੋਲਿਆ ਨਾ ਜਾ ਸਕੇ। ਉਹ ਜ਼ੈਨ ਸਟੈਚੂ ਹੈ। ਐਸੇ ਤ੍ਰਿਭੁਵਨ ਦੀ ਗੱਲ ਹੈ ਜਿਹਦੇ ਵਿੱਚ ਸਮਾਇਆ ਹੋਇਆ ਹੈ। ਦੇਖੋ ਹਾਰ ਔਰ ਜਿੱਤ ਜੀਵਨ ਦੀ ਅਗਰ ਗੁਰਮੁਖ ਦੀ ਲੈਵਲ 'ਤੇ ਡਿਫਾਈਨ ਕਰਾਂਗੇ ਤਾਂ ਮਨਮੁਖ ਹਾਰਿਆ, ਗੁਰਮੁਖ ਜਿੱਤਿਆ। ਮਨਮੁਖ ਹਾਰ, ਗੁਰਮੁਖ ਸਤ ਜੀਤ। ਇਹ ਸਦਾ ਦਾ ਹੀ ਡਿਫਰੈਂਸ ਹੈ। ਜਿਹੜਾ ਸਦਾ ਲਈ ਨਹੀਂ ਜਿੱਤਿਆ ਉਹ ਹਾਰਿਆ ਹੋਇਆ ਹੈ। ਜਿਸ ਨੇ ਸਦਾ ਲਈ ਜੀਵਨ ਨੂੰ ਜਿੱਤ ਲਿਆ ਉਹੀ ਜਿੱਤ ਹੋ ਸਕਦੀ ਹੈ, ਬਾਕੀ ਸਭ ਹਾਰ ਕੇ ਗਏ ਹੈ। ਸੋ ਇਹ ਜਿਹੜੀ ਬਾਣੀ ਦੀ ਗੱਲਾਂ ਅਸੀਂ ਕਰਦੇ ਹਾਂ, ਜੋ ਡਿਸਕਸ਼ਨਸ ਅਸੀਂ ਕਰ ਰਹੇ ਹਾਂ, ਜੋ ਅਸੀਂ ਲੈਵਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਨੂੰ ਇਸ ਆਪਣੇ ਮਨ ਦੀ ਤਹਿ 'ਤੇ ਸਮਝ ਕੇ ਇੱਕ ਪ੍ਰੈਕਟਿਸ ਵਿੱਚ ਲਿਆਉਣਾ ਹੈ, ਸ਼ਬਦ ਦੇ ਨਾਲ ਸਾਂਝ ਪਾਉਣ ਵੀ। ਗੁਪਤ ਪ੍ਰਗਟ ਸਭ ਜਾਣੀਏ ਜੇ ਮਨ ਰਾਖੇ ਠਾਏ। ਗੁਪਤ ਔਰ ਪ੍ਰਗਟ ਸਭ ਕੁਝ ਜਾਣਿਆ ਜਾਏਗਾ ਜੇ ਮਨ ਖੜਾ ਹੋ ਜਾਏਗਾ। ਮਨ ਨੂੰ ਖੜਾ ਕਰਨ ਦੀ ਵਿਧੀ ਕੀ ਹੈ? ਸ਼ਬਦ। ਵਾਂਡਰਿੰਗ ਮਾਈਂਡ ਅਹਰਣ ਮਤ ਬਣ ਗਿਆ। ਅਹਰਣ ਮਤ ਤੇ ਵੇਦ ਹਥਿਆਰ। ਫਿਰ ਚੋਟ ਪਏਗੀ ਸ਼ਬਦ ਦੀ। ਸ਼ਬਦ ਚੋਟ ਮਾਰਦਾ ਹੈ ਮਨ ਦੀ ਉਹਨਾਂ ਫੈਕਲਟੀਜ਼ ਦੇ ਵਿੱਚ ਜਿਹੜੀਆਂ ਬੰਦ ਪਈਆਂ ਨੇ। ਮੂੰਦ ਲੀਏ ਦਰਵਾਜ਼ੇ ਬਾਜੀਏ ਲੈ ਅਨਹਦ ਬਾਜੇ। ਮੈਂ ਸਾਰੇ ਦਰਵਾਜ਼ੇ ਬੰਦ ਕਰ ਲਏ, ਉਹੀ ਸ਼ਕਤੀ ਮੇਰੀ ਹੁਣ ਮਨ ਦੇ ਅੰਦਰ ਚੋਟ ਮਾਰਦੀ ਹੈ। ਸਤਿਗੁਰ ਦਾ ਭਾਵ ਇਹੀ ਹੈ ਮਿਲਣਾ, ਕਿ ਸਾਨੂੰ ਮਨ ਦੀ ਉਸ ਅਵਸਥਾ ਨੂੰ ਮਿਲਣਾ ਹੈ ਜਿਹੜੀ ਸਦਾ ਲਈ ਹੈ। ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ, ਗੁਣ ਗਾਵੇ ਗੁਣ ਵਿਚਾਰੀ। ਗੁਰਮੁਖ ਰੋਮ ਰੋਮ ਹਰ ਧਿਆਏ ਵੇ। ਗੁਰਮੁਖ ਸਗਲੀ ਗਣਤ ਮਿਟਾਵੇ। ਇਹ ਗੱਲ ਸਮਝਣ ਦੀ ਕੋਸ਼ਿਸ਼ ਹੈ ਕਿ ਗੁਰਮੁਖ ਔਰ ਮਨਮੁਖ ਦੇ ਵਿੱਚ ਕੀ ਫਰਕ ਹੈ, ਔਰ ਗੁਰਮੁਖ ਕਿਵੇਂ ਕੋਈ ਬਣ ਸਕਦਾ ਹੈ। ਕਿਹੜੀ ਕੁਆਲਿਟੀ ਹੈ ਜਿਹੜੀ ਗੁਰਮੁਖ ਬਣਾਉਂਦੀ ਹੈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚਲੇ ਮੂਲ ਗਵਾਇਆ ਜਿਉ। ਮਨਮੁਖ ਚੱਲੇ ਮੂਲ ਗਵਾਏ ਜਿਉ। ਉਹਨੇ ਮੂਲ ਵੀ ਗਵਾ ਲਿਆ, ਉਹ ਪ੍ਰੋਫਿਟ ਖਾ ਗਿਆ। ਮੂਲ ਦਾ ਮਤਲਬ ਕੀ ਹੈ? ਸਰੀਰ ਮਿਲਿਆ, ਸਰੀਰ ਦੋਨਾਂ ਨੂੰ ਮਿਲਿਆ। ਇੱਕ ਨੇ ਸਰੀਰ ਤੋਂ ਇੱਕ ਇਟਰਨਲ ਜੀਵਨ ਲੈ ਲਿਆ, ਇੱਕ ਨੇ ਸਰੀਰ ਹੀ ਖਤਮ ਕਰਤਾ, ਤਾਂ ਮੁੱਲ ਵੀ ਗਿਆ। ਤਾਂ ਮੇਰੇ ਮਨ ਦੀ ਅਵਸਥਾ ਵਿੱਚ ਮੈਂ ਕਿਸ ਈਗਰਨੈਸ ਵਿੱਚ ਉਸ ਨੂੰ ਲੱਭਣਾ ਹੈ, ਕਿਸ ਅਰਨੈਸਟ ਐਨਰਜੀ ਨਾਲ ਉਸ ਨੂੰ ਲੱਭਣਾ ਹੈ, ਅਸੀਂ ਉਸ ਵਿਚਾਰ 'ਚ ਬੈਠੇ ਹਾਂ। ਗੁਰੂ ਸਾਹਿਬ ਦੀ ਇਹਨਾਂ ਸ਼ਬਦਾਂ ਵਿੱਚ, ਇਹਨਾਂ ਬਾਣੀਆਂ ਵਿੱਚ ਅਸੀਂ ਉਹਦੀ ਗੱਲ ਕਰਦੇ ਹਾਂ। ਜਿਉ ਨਿਰਮਲ ਬਾਹਰੋਂ ਨਿਰਮਲ।
ਮੈਨੂੰ ਲੱਗਦਾ ਅੱਜ ਦੀ ਵਿਚਾਰ ਇਹਨਾਂ ਦੋਨੋਂ ਪਹਾੜੀਆਂ 'ਤੇ ਸੀਮਤ ਰੱਖੀਏ। ਕੱਲ੍ਹ ਕੋਸ਼ਿਸ਼ ਕਰਕੇ ਫਿਰ ਦੁਬਾਰਾ ਅੱਗੇ ਚੱਲਦੇ ਹਾਂ, ਤਾਂ ਕਿ ਕਿਉਂਕਿ ਬਾਣੀ ਵਿੱਚ 78 ਪੌੜੀਆਂ ਨੇ, ਅਸੀਂ ਸਿਰਫ 12 ਪੌੜੀਆਂ ਅੱਜ ਵਿਚਾਰੀਆਂ, ਤਾਂ ਥੋੜ੍ਹੀ ਜਿਹੀ ਸਪੀਡ ਵੀ ਪਕੜ ਸਕਦੇ ਹਾਂ। ਇੰਨੀ ਵਿਚਾਰ ਪ੍ਰਵਾਨ ਕਰਨਾ, ਭੁੱਲਾਂ ਚਿੱਕਾਂ ਦੀ ਛਿਮਾ ਦੇਣਾ ਮਹਾਰਾਜ। ਕੋਈ ਸੁਧਾਰ ਕਰਨਾ ਚਾਹੇ ਤਾਂ ਮੋਸਟ ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।